ਲਓ ਜੀ, ਆਪਣੇ ਟਾइम ਦੇ ਹਿਸਾਬ ਨਾਲ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਫੋਕਸ 'ਚ। मैं गुरप्रीत संधावालिया ਤੇ ਨਾਲ ਮੇਰੇ ਵੀਰ ਪਰਮਵੀਰ ਬਾਠ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਠੀਕ ਠਾਕ ਮੌਜਾਂ ਜਿੱਦਾਂ? ਹਾਂਜੀ ਹਾਂਜੀ ਠੀਕ ਆ, ਅੱਜ ਕੱਲ੍ਹ ਕੁਛ ਪਹਿਲਾਂ ਨਾਲੋਂ ਨਹੀਂ ਇੱਦਾਂ ਹੀ ਚਾਹੀਦਾ, ਹੋਰ ਲੈ ਕੀ ਜਾਣਾ WhatsApp ਦਾ। ਦੇਖੋ, ਮੱਝ ਟਾਈਮ ਨਾਲ ਮਿਲ ਪਵੇ, ਆਹਾ, ਦੁੱਧ ਘਰ ਦਾ ਹੋਵੇ, ਹਾਂ, ਬੰਦਾ ਰਿੜਕਦਾ ਹੋਵੇ, ਲੱਸੀ ਘਰ ਦੀ ਹੋਵੇ ਗਰਮੀਆਂ ਨੂੰ। ਨਹੀਂ ਪੂਰੀ ਗੱਲ ਨਹੀਂ ਦੱਸੀ ਤੀ। ਲਿਫਾਫਾ ਹੱਥ 'ਚ ਹੋਵੇ ਤੇ ਬੇਰੀਆਂ ਬੰਦਾ ਤੋੜਦਾ ਨਹੀਂ, ਇਹ ਵੀ ਹੈ ਨਾ ਕਿ ਜੇ ਦੁੱਧ ਦਹੀਂ ਘਰ ਦਾ ਹੋਵੇ ਫਿਰ ਹਫਤੇ 'ਚ 2 ਦਿਨ ਕੜੀ ਹੋਵੇ, ਹੈ ਨਾ, ਗੱਲ ਤਾਂ ਬਣ ਜਾਂਦੀ ਹੈ। ਨਹੀਂ ਅਜੇ ਫਿਰ ਵੇਸਣ ਵੀ ਹੋਵੇ ਤੇ ਨਾਲ ਪਕੌੜੇ ਵੀ ਹੋਣ, ਕੜੀ ਉਦੋਂ ਬਣਾ ਦੇਣੀ। ਨਹੀਂ ਆਹੋ, ਤੇ ਵਿੱਚ ਜੇ ਕਿਤੇ ਨਾ ਗੱਲ ਬਣੇ ਤਾਂ ਫਿਰ ਕੱਚੀ ਲੱਸੀ ਹੋਵੇ। ਆਹ ਮਤਲਬ ਮੈਨੂੰ ਸਮਝ ਨਹੀਂ ਆਈ ਵੀ ਇਹ ਆਪਾਂ ਆਉਂਦੇ ਹੀ ਕਿਹੜੀਆਂ ਗੱਲਾਂ 'ਚ ਪੈ ਗਏ। ਨਹੀਂ ਫਿਰ ਆ ਜਾਓ, ਜੇ ਦੂਜੀਆਂ ਗੱਲਾਂ 'ਚ ਪੈਣਾ ਫਿਰ ਦੂਜੀਆਂ ਵਾਲੇ ਪਾਸੇ ਆ ਜਾਓ। ਨਹੀਂ ਕਾਰਨ ਪਤਾ ਕੀ ਹੈ, ਇਹ ਜਿਹੜਾ ਟਾਈਮ ਹੈ ਨਾ, ਇਹ ਉਹਨਾਂ ਗੱਲਾਂ ਦਾ ਹੀ ਆ। ਬਾਕੀ ਰੋਟੀ ਟੁੱਕ ਤੇ ਚੱਲਦਾ ਹੀ ਨਹੀਂ, ਚੱਲਦਾ ਹੈ ਨਾ, ਉਹਦੀ ਤੇ ਕੋਈ 4.5 ਸਾਲ ਰੋਟੀ ਟੁੱਕ ਹੀ ਚੱਲਣਾ। ਅੱਜ ਕੱਲ੍ਹ ਸਿਆਸੀ ਟੁੱਕ ਚੱਲਦਾ ਹੀ। ਹਾਂ, ਹਰੇਕ ਕਹਿੰਦਾ ਵੀ ਟੁੱਕ ਕੇ ਰੱਖ ਦਿਆਂਗੇ ਭਾਈ ਸਾਹਿਬ। ਦੇਖੋ ਗੱਲ ਇਹ ਆ WhatsApp ਵੀ ਆਪਾਂ ਬਹੁਤਾ ਟਾਈਮ ਇੱਧਰ ਉੱਧਰ ਨਾ ਲਾਈਏ। ਜਿਹੜੀ ਅੱਜ ਦੀ ਮੁੱਖ ਖਬਰ ਆ ਉਹ ਤਾਂ ਇਸੇ ਚੀਜ਼ ਦੇ ਘੇਰੇ ਘੁੰਮਦੀ ਹੈ ਵੀ ਪੰਜਾਬ ਕਾਂਗਰਸ ਜੀ ਉਧਰੋਂ ਐਲਾਨ ਮਾਰ ਕੇ ਤੇ ਜਿਹੜੇ ਨੈਸ਼ਨਲ ਲੈਵਲ ਦੇ ਚੈਨਲ ਨੇ ਉਹ ਵੀ ਹਿੰਦੀ ਭਾਸ਼ਾ ਦੇ ਵਿੱਚ ਵਿਚਾਰੇ ਪੰਜਾਬ ਗੱਲ ਕਰੀ ਜਾਂਦੇ ਵਾਰ-ਵਾਰ, ਕਿਉਂਕਿ ਹਰੀਸ਼ ਰਾਵਤ ਹੋਰਾਂ ਨੇ ਜਿਹੜਾ ਇਸ਼ਾਰਾ ਜਿਹਾ ਦੇਤਾ ਉਹਦੇ ਤੋਂ ਬਾਅਦ ਰੌਲਾ ਤੇ ਐਂ ਪੈ ਗਿਆ ਵੀ ਲੈ ਵੀ ਬਣ ਗਿਆ ਲਓ ਫਿਰ ਬਣਾਤਾ ਜੀ, ਫਿਰ ਬਣਾਤਾ। ਦੂਜਾ ਰੌਲਾ ਪਿਆ ਉਹ ਬਈ ਛੱਡ ਗਿਆ ਕੁਝ ਲਵੇ ਅਸਤੀਫਾ ਹੀ ਦੇਤਾ ਨੇ। ਹੁਣ ਗੱਲ ਇਹ ਵੀ ਇਹ ਗੱਲਾਂ ਦੋਵੇਂ ਅਜੇ ਹਵਾ 'ਚ ਨੇ ਤੇ ਮੈਨੂੰ ਇਹ ਵੀ ਕਲੀਅਰ ਕਰਨੀਆਂ ਜ਼ਰੂਰੀ ਹੈ। ਰਸਮੀ ਐਲਾਨ ਹੋਣਾ ਸੀ ਸਾਰੇ ਪਾਸੇ ਕਿ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦਾ ਕੀ ਬਣੂਗਾ, ਮੰਤਰੀ ਮੰਡਲ ਦਾ ਕੀ ਬਣੂਗਾ, ਕੌਣ ਪ੍ਰਧਾਨ, ਸੀਨੀਅਰ ਜੂਨੀਅਰ, ਸਾਰਾ ਰਸਮੀ ਐਲਾਨ ਤਾਂ ਹੋਇਆ ਨਹੀਂ। ਇਸ ਸਵਾਲ ਦੇ ਜਵਾਬ ਦੇ ਵਿੱਚ ਕਿਤੇ ਰਾਵਤ ਸਾਹਿਬ ਥੋੜ੍ਹਾ ਜਿਹਾ ਕਹਿ ਗਏ, ਕਸੂਰ ਨਹੀਂ ਉਹਨਾਂ ਦਾ। ਉਹਦਾ ਕਾਰਨ ਕੀ ਹੈ ਕਿ ਹਾਈ ਕਮਾਂਡ ਨੂੰ ਦੀਦਾ ਕਿ ਫਰਵਰੀ ਦੇ ਵਿੱਚ ਅਗਲੇ ਸਾਲ ਪੰਜਾਬ ਦੀਆਂ ਚੋਣਾਂ ਤੇ ਅਸੀਂ ਉਹਦੇ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇਕਮੁੱਠ ਰੱਖੀਏ, ਦੇਸ਼ ਦਾ ਸੂਬੇ ਦਾ ਕੁਝ ਬਣੇ ਨਾ ਬਣੇ ਕਾਂਗਰਸ ਦਾ ਬਣਨਾ ਚਾਹੀਦਾ। ਪਰ ਉਹ ਇਹ ਨਹੀਂ ਦੇਖਦੇ ਕਿ ਜਿਹੜੇ ਹਰੀਸ਼ ਰਾਵਤ ਨੂੰ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦਾ ਇੰਚਾਰਜ ਬਣਾਇਆ, ਉਹਦੇ ਆਪਣੇ ਸੂਬੇ ਉੱਤਰਾਖੰਡ ਦੇ ਵਿੱਚ ਵੀ ਪੰਜਾਬ ਤੋਂ 4-5 ਮਹੀਨੇ ਬਾਅਦ ਵੋਟਾਂ ਪੈਣੀਆਂ। ਉਹ ਸਵੇਰ ਸ਼ਾਮ ਤਾਂ ਬੰਦੇ ਦਾ ਧਿਆਨ ਉੱਧਰ ਰਹਿੰਦਾ, ਕਿਉਂਕਿ ਕਈ ਵਾਰ ਦਾ ਮੁੱਖ ਮੰਤਰੀ ਹੈ, ਧਿਆਨ ਤਾਂ ਉੱਧਰਲੇ ਪਾਸੇ ਰਹਿੰਦਾ ਕਿ ਬੀਜੇਪੀ ਦੀ ਉੱਥੇ ਸਰਕਾਰ ਆ, ਭਾਈ ਮੈਂ ਹੁਣ ਕੀ ਐਸਾ ਕਰਾਂ। ਪਹਿਲੀ ਗੱਲ ਹੈ ਕਿ ਪਾਰਟੀ ਦਾ ਵੱਡਾ ਬੰਦਾ ਬਣਾ, ਦੂਸਰੀ ਗੱਲ ਹੈ ਕਿ ਭਾਈ ਫਿਰ ਭਾਰਤੀ ਜਨਤਾ ਪਾਰਟੀ ਨੂੰ ਹਰਾ ਕੇ ਕਾਂਗਰਸ ਦੀ ਸਰਕਾਰ ਬਣਾਵਾਂ। ਟੈਲੀਫੋਨ ਤਾਂ ਦਿਨ ਰਾਤ ਉੱਧਰਲੇ ਪਾਸੇ ਖੜਕਦੇ ਆ, ਤੇ ਜਦੋਂ ਫਿਰ ਬੰਦਾ ਉਮਰ ਵੀ ਬਥੇਰੀ ਹੋ ਗਈ ਹੈ, ਤਜਰਬਾ ਵੀ ਬਥੇਰਾ, ਮਾੜਾ ਬੰਦਾ ਭੁੱਲਣ ਵੀ ਲੱਗ ਪੈਂਦਾ, ਫਿਰ ਜਿਹੜੇ ਸਵਾਲ ਦਾ ਜਵਾਬ ਉਹਨਾਂ ਵਾਲੇ ਕੱਲ੍ਹ ਦੇਣਾ ਹੁੰਦਾ ਉਹ ਕਹਿ ਰਹੇ ਬੰਦਾ ਅੱਜ ਹੀ ਦੇਂਦਾ। ਨਹੀਂ ਦੇਂਦਾ, ਪਰ ਸਵਾਲ ਪੁੱਛਣ ਵਾਲੇ ਤੇ ਵੀ ਹੈ ਨਾ, ਕਿਉਂਕਿ ਜਿਹੜੀ ਗੱਲ ਤੋਂ ਬਾਹਲਾ ਰੌਲਾ ਪਿਆ ਉਹਦਾ ਸਿਰਫ ਹਰੀਸ਼ ਰਾਵਤ ਹੋਰਾਂ ਤੇ ਇੰਨੇ ਕਿਹਾ ਵੀ ਹਾਂ ਕੁਛ ਇੱਦਾਂ ਹੀ, ਹਾਂਜੀ ਕੁਛ ਸੋਚਦੇ ਆ, ਨਹੀਂ ਹੈ ਤੇ ਕੁਛ ਇੱਦਾਂ ਹੀ, ਛੇਤੀ ਦੱਸਾਂਗੇ। ਪਰ ਮੈਂ ਜਿੰਨੀਆਂ ਥਾਵਾਂ ਤੋਂ ਮੈਂ ਉਹ ਸੁਣਿਆ ਗਿਣਿਆ ਵੇਖਿਆ, ਉਹਦੇ 'ਚ ਹਰੀਸ਼ ਰਾਵਤ ਹੋਰਾਂ ਆਪਣੇ ਮੂੰਹ ਕਿਤੇ ਨਹੀਂ ਇਹ ਗੱਲ ਕਹੀ ਵੀ ਅਸੀਂ ਇੱਦਾਂ ਕਰਨਾ। ਉਹ ਤਾਂ ਸਵਾਲ ਬਣਾ ਕੇ ਦਿੱਤਾ ਗਿਆ ਵੀ ਓਕੇ ਫਿਰ ਇੱਦਾਂ ਹੋ ਗਈ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਦਾਂ ਹੀ ਨਾ, ਫਿਰ ਹਾਂਜੀ ਕੁਛ ਇੱਦਾਂ ਦਾ ਹੀ, ਮਤਲਬ ਇਹੋ ਜਿਹੇ ਪਲਾਨ ਹੋ ਰਿਹਾ ਨਾ, ਕੁਛ ਛੇਤੀ ਦੱਸਾਂਗੇ ਜੀ। ਮਤਲਬ ਹੁਣ ਇਹਦੇ ਤੋਂ ਬਾਅਦ ਜਿਹੜਾ ਰੌਲਾ ਪਿਆ ਤੇ ਉਦੋਂ ਬਾਅਦ ਲੱਡੂ ਕਹਿੰਦੇ ਵੰਡੇ ਗਏ ਤੇ ਬਾਜਾ ਕਹਿੰਦੇ ਪਟਾਕੇ ਮੋਗੇ ਹੱਟੀਆਂ ਤੋਂ। ਦੇਖੋ ਸੰਧਾਲੀਆ ਸਾਹਿਬ, ਜਿਹੜਾ ਫਾਰਮੂਲਾ ਲੱਗਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਆਪਣੇ ਕੱਲ੍ਹ ਦੇ ਫੋਕਸ ਕਰਨ ਤੋਂ ਪਹਿਲਾਂ ਸਾਰੀ ਧੂੜ ਬਹਿ ਜਾਏ। ਕਈ ਵਾਰੀ ਹੁੰਦਾ ਨਾ ਕਿ ਜਦੋਂ ਕਣਕ ਕੁਤਰਦੇ ਆ ਤਾਂ ਉਦੋਂ ਬਹੁਤ ਘੱਟਾ ਹੁੰਦਾ, ਫਿਰ ਮਾੜਾ ਜਿਹਾ ਛਰਾਟਾ ਇੱਕ ਪੈ ਜਾਵੇ ਤਾਂ ਬਹਿ ਜਾਂਦਾ ਸਾਰਾ ਕੁਛ। ਇਹ ਧੂੜ ਘੱਟਾ 1.5-2 ਮਹੀਨੇ ਹੋ ਗਏ ਉੜੀ ਜਾਂਦਾ। ਉਧਰੋਂ ਕਦੇ ਟਵੀਟ ਦੀ ਧੂੜ, ਕਦੇ ਕੋਈ ਦਿੱਲੀ ਚਲੇ ਗਿਆ ਉਹਦੀ ਧੂੜ, ਕਦੇ ਕੈਪਟਨ ਸਾਹਿਬ ਨੇ ਕਹਿਤਾ ਕਿ ਸਿੱਧੂ ਤਾਂ ਮੇਰੇ ਕਾਗਜ਼ਾਂ ਦੇ ਵਿੱਚੋਂ ਬਾਹਰ ਹੈ, ਉਹਦੇ ਲਈ ਦਰਵਾਜ਼ੇ ਬੰਦ ਆ, ਉਹਦੀ ਧੂੜ, ਕਦੇ ਇੱਧਰ ਮੀਟਿੰਗ, ਕਦੇ ਉੱਧਰ ਮੀਟਿੰਗ, ਕਦੇ ਕਿਸੇ ਨੇ ਹਾਈ ਕਮਾਂਡ ਨੂੰ ਚਿੱਠੀ ਲਿਖ ਦਿੱਤੀ, ਕਿਸੇ ਨੇ ਆਪਣੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਤੀ, ਮਾਰ ਹੋਈ ਪਈ ਸੀ। ਫਾਰਮੂਲਾ ਕੀ ਲੱਗਦਾ? ਦੇਖੋ, ਇਸ ਵੇਲੇ ਜਿਹੜੀ ਹਾਲਤ ਹੈ ਉਹ ਹਾਲਤ ਪੰਜਾਬ ਦੀ ਸੰਧਾਲੀਆ ਸਾਹਿਬ ਇਹ ਹੈ ਕਿ ਲੋਕ ਕੇਂਦਰ ਬਿੰਦੂ ਨਹੀਂ ਹੈਗੇ। ਕਾਂਗਰਸ ਪਾਰਟੀ ਸਰਕਾਰ ਚਲਾ ਚੁੱਕੀ ਹੈ 4.5 ਸਾਲ। ਲੋਕਾਂ ਦੀਆਂ ਕੁਝ ਆਸਾਂ ਤੇ ਉਮੀਦਾਂ ਸੀ, ਰੁਜ਼ਗਾਰ ਦੇ ਪੱਖ ਤੋਂ, ਮਹਿੰਗਾਈ ਘਟਾਉਣ ਦੇ ਪੱਖ ਤੋਂ, ਖੇਤੀ ਦੇ ਪੱਖ ਤੋਂ, ਤੇ ਸਭ ਤੋਂ ਵੱਡੀ ਗੱਲ ਹੈ ਕਿ ਅਮਨ ਕਾਨੂੰਨ ਤੇ ਨਸ਼ੇ ਦੀ ਜਿਹੜੀ ਸਾਰੀ ਸਥਿਤੀ ਸੀ ਉਹਦੇ ਪੱਖ ਤੋਂ। ਹੁਣ ਜਿਹੜਾ ਵੀ ਫਾਰਮੂਲਾ ਦਿੱਤਾ ਜਾ ਰਿਹਾ, ਚਾਹੇ ਪੱਤਰਕਾਰ ਨੇ ਕੁਝ ਵੀ ਪੁੱਛਿਆ, ਚਾਹੇ ਰਾਵਤ ਸਾਹਿਬ ਨੇ ਕੁਝ ਵੀ ਦੱਸਿਆ, ਫਾਰਮੂਲੇ ਦੇ ਵਿੱਚੋਂ ਲੱਗਦਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਹੈ ਉਹ ਮੁੱਖ ਮੰਤਰੀ ਰਹਿਣਗੇ, ਨਵਜੋਤ ਸਿੰਘ ਸਿੱਧੂ ਨੂੰ ਜਾਖੜ ਸਾਹਿਬ ਦੀ ਜਗ੍ਹਾ ਦੇ ਉੱਤੇ ਪ੍ਰਧਾਨ ਬਣਾਤਾ ਜਾਊਗਾ, ਜਾਖੜ ਸਾਹਿਬ ਨੂੰ ਦਿੱਲੀ ਲਿਜਾ ਕੇ ਸਕੱਤਰ, ਜਨਰਲ ਸਕੱਤਰ ਬਣਾ ਕੇ ਕਿਸੇ ਸੂਬੇ ਦੀ ਇੰਚਾਰਜੀ ਵੀ ਰਾਵਤ ਸਾਹਿਬ ਵਾਂਗੂ ਦਿੱਤੀ ਜਾ ਸਕਦੀ ਹੈ,
ਤੀਸਰੇ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਦੋਂ ਪ੍ਰਧਾਨ ਬਣਾਉਣਾ, ਕੈਪਟਨ ਸਾਹਿਬ ਥੋੜ੍ਹਾ ਜਿਹਾ ਲੋਹੇ ਲਾਖੇ ਹੋਣਗੇ, ਔਖੇ ਭਾਰੇ ਹੋਣਗੇ, ਤੇ ਉਹਨਾਂ ਦੇ ਨਾਲ 2 ਕਾਰਜਕਾਰੀ ਪ੍ਰਧਾਨ ਲੱਗ ਜਾਣਗੇ ਜਿਨ੍ਹਾਂ ਦੇ ਨਾਵਾਂ ਦੀ ਚਰਚਾ ਚੱਲਦੀ ਹੈ। ਇੱਕ ਜਲੰਧਰੋਂ ਲੋਕ ਸਭਾ ਦੇ ਮੈਂਬਰ ਚੌਧਰੀ ਸੰਤੋਖ ਸਿੰਘ, ਦੂਸਰੇ ਸੰਗਰੂਰ ਵਾਲੇ ਵਿਧਾਇਕ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ। ਹੁਣ ਉਹਨਾਂ ਨੂੰ ਲਾ ਕੇ ਇੱਕ ਤਾਂ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਸਿੱਧੂ ਸਾਹਿਬ ਪ੍ਰਧਾਨ ਹੀ ਲਾਏ ਆ, ਪਰ ਮਨਮਰਜ਼ੀ ਨਹੀਂ ਕਰ ਸਕਣਗੇ, ਕੈਪਟਨ ਸਾਹਿਬ ਤੁਹਾਡੇ ਬੰਦੇ ਸੱਜੇ ਖੱਬੇ ਬੈਠਣਗੇ। ਪਰ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਲੋਕਾਂ ਨੂੰ ਸਾਡੀਆਂ ਸਿਆਸੀ ਧਿਰਾਂ ਨੇ ਸਮਝ ਕੀ ਰੱਖਿਆ, ਕਾਰਜਕਾਰੀ ਪ੍ਰਧਾਨ ਦੋ ਲਾਉਣੇ ਆ, ਇੱਕ ਦਲਿਤ ਭਾਈਚਾਰੇ ਦੇ ਵਿੱਚੋਂ, ਐਸਸੀ ਭਾਈਚਾਰੇ ਦੇ ਵਿੱਚੋਂ, ਦੁਆਬੇ ਚੋਂ, ਕਿਉਂਕਿ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋ ਗਿਆ ਤੇ ਉੱਥੋਂ ਘਾਟਾ ਪੈ ਸਕਦਾ, ਯਾਨੀ ਕਿ ਉਸ ਘਾਟੇ ਨੂੰ ਕਿਤੇ ਨਾ ਕਿਤੇ ਦੂਰ ਕਰਨ ਲਈ। ਦੂਸਰੇ ਪਾਸੇ ਸ਼ਹਿਰੀ ਵਰਗ ਦੀਆਂ ਵੋਟਾਂ ਲੈਣੀਆਂ, ਹਿੰਦੂ ਭਾਈਚਾਰੇ ਦੀਆਂ ਵੋਟਾਂ ਚਾਹੀਦੀਆਂ, ਤਾਲਮੇਲ ਰੱਖਣਾ ਜੀ, ਬੈਲੈਂਸ ਬਣਾ ਕੇ ਰੱਖਣਾ ਜੀ, ਵਿਜੇ ਇੰਦਰ ਸਿੰਗਲਾ ਸਾਹਿਬ ਨੂੰ ਲਾ ਦਿਓ। ਜਾਣੀ ਇਹ ਚਰਚਾ ਚੱਲਦੀ ਹੈ ਨਾ। ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ ਮੁਖੀ ਬਣਾਉਣਾ, ਚਰਚਾ ਇਹ ਵੀ ਚੱਲਦੀ ਹੈ, ਕਿਉਂਕਿ ਅਗਲਾ ਬੰਦਾ ਵੀ ਸੋਚੂਗਾ ਯਾਰ ਮੈਂ ਗੁਰਦਾਸਪੁਰ ਤੋਂ, ਅੰਮ੍ਰਿਤਸਰ ਤੋਂ ਸਿੱਧੂ ਸਾਹਿਬ ਪ੍ਰਧਾਨ ਲੱਗ ਗਿਆ, ਮੈਂ ਕਿੱਥੇ? ਕਿਉਂਕਿ ਉਹ ਜਿੰਨੀ ਵਾਰ ਵੀ ਕਹਿੰਦੇ ਆ ਕਾਂਗਰਸ ਪਾਰਟੀ ਦਾ ਪੱਕਾ ਬੰਦਾ, ਕਿਸੇ ਨੂੰ ਵੀ ਪ੍ਰਧਾਨ ਲਾ ਦਿਓ, ਕਿਸੇ ਨੂੰ ਵੀ ਕੁਛ ਲਾ ਦਿਓ, ਮੈਂ ਨਹੀਂ ਬੋਲਦਾ। ਹੁਣ ਐਡਜਸਟ ਤਾਂ ਅਗਲਿਆਂ ਨੇ ਉਹਨਾਂ ਨੂੰ ਵੀ ਕਰਨਾ ਜੇ ਜਾਖੜ ਸਾਹਿਬ ਉੱਪਰ ਚਲੇ ਜਾਣਗੇ। ਪਰ ਕੈਪਟਨ ਸਾਹਿਬ ਨੇ ਇੱਕ ਬਿਆਨ ਦੇ ਕੇ ਸਥਿਤੀ ਕਲੀਅਰ ਕਰਤੀ ਹੈ। ਉਹ ਕਹਿੰਦੇ ਮੇਰੀ ਅਗਵਾਈ 'ਚ 2017 ਦੀਆਂ ਚੋਣਾਂ ਲੜੀਆਂ ਸੀ, ਮੇਰੀ ਅਗਵਾਈ ਦੇ ਵਿੱਚ ਹੀ 2022 ਦੀਆਂ ਚੋਣਾਂ ਲੜੀਆਂ ਜਾਣੀਆਂ। ਉਹਨਾਂ ਨੇ ਬਿਲਕੁਲ ਨਹੀਂ ਕਿਹਾ ਕਿ ਭਾਈ ਪ੍ਰਧਾਨ ਕੌਣ ਹੋਊਗਾ ਜਾਂ ਕੌਣ ਨਹੀਂ ਹੋਊਗਾ। ਇਹਦਾ ਮਤਲਬ ਇਹ ਹੈ ਕਿ ਅਗਲਿਆਂ ਨੇ ਸੰਕੇਤ ਦਿੱਤਾ ਕਿ ਭਾਈ ਹਾਈ ਕਮਾਂਡ ਵਾਲਿਆਂ ਨੇ ਜਿਹਨੂੰ ਪ੍ਰਧਾਨ ਬਣਾਉਣਾ ਬਣਾ ਦੇਣ, ਜੇ ਕਿਸੇ ਨੂੰ ਲਾਉਣਾ ਲਾ ਦੇਣ, ਪਰ ਚੋਣਾਂ ਮੇਰੀ ਅਗਵਾਈ 'ਚ ਲੜੀਆਂ ਜਾਣਗੀਆਂ, ਟਿਕਟਾਂ ਬਹੁਤੀਆਂ ਮੇਰੇ ਮੁਤਾਬਕ ਦਿੱਤੀਆਂ ਜਾਣਗੀਆਂ। ਤੇ ਜਿਸ ਤਰੀਕੇ ਦੇ ਨਾਲ 30 ਦੇ ਕਰੀਬ MLA MP ਸਾਬਕਾ MP ਕੈਪਟਨ ਸਾਹਿਬ ਦੇ ਫਾਰਮ ਹਾਊਸ ਦੇ ਉੱਤੇ ਇਕੱਠੇ ਹੋਏ ਆ, ਇਹਦੇ ਨਾਲ ਐਂ ਲੱਗਦਾ ਕਿ ਰਾਵਤ ਸਾਹਿਬ ਦੇ ਸੰਕੇਤਾਂ ਤੋਂ ਬਾਅਦ ਕੈਪਟਨ ਸਾਹਿਬ ਨੇ ਵੀ ਸੰਕੇਤ ਭੇਜ ਦਿੱਤਾ ਕਿ ਬੰਦੇ ਦਾ ਫੇ ਆਪਣੇ ਨਾਲ ਹੈਗੇ ਆ, ਫੈਸਲਾ ਤਾਂ ਕਰ ਲਿਓ, ਪਰ ਮਾੜਾ ਜਿਹਾ ਸੋਚ ਵਿਚਾਰ ਕੇ ਟੈਲੀਫੋਨ ਤੇ। ਬਸ ਆਹੀ ਗੱਲ ਹੈ। ਮਤਲਬ ਜਿੰਨਾ ਸੌਖਾ ਸਖਾਲਾ ਇਹ ਜਾਪਦਾ ਸੀ ਵੀ ਸ਼ਾਇਦ ਇੱਕ ਨਹੀਂ ਹੁੰਦਾ, ਫਿਲਮਾਂ 'ਚ ਵਿਖਾਉਂਦੇ ਹੁੰਦੇ, ਵੈਸੇ ਤੇ ਆਪਾਂ ਕਿਹੜਾ ਕਦੀ ਵੇਖਿਆ ਵੀ ਇੱਕੋ ਥਾਲੀ ਜੀ ਹੁੰਦੀ ਆ, ਥਾਲੀ 'ਚ ਐ ਕੱਪੜਾ ਜਿਹਾ ਵਿਛਾ ਕੇ ਵਿੱਚ ਮੁਕਟ ਜਿਹਾ ਰੱਖਿਆ ਹੁੰਦਾ ਹੈ ਨਾ, ਉਹ ਲੈ ਕੇ ਆ ਰਹੀਆਂ ਹੁੰਦੀਆਂ ਦਾਸੀਆਂ, ਕੀ ਕਰਕੇ ਤਾਜਪੋਸ਼ੀ ਹੋਣ ਲੱਗੀ ਅੱਜ ਹੈ ਨਾ। ਉਹ ਤਾਜਪੋਸ਼ੀ ਹੁੰਦੀ ਤੇ ਉਦੋਂ ਪਹਿਲਾਂ ਜਦੋਂ ਝਪੱਟਾ ਜਿਹਾ ਮਾਰ ਦਿੰਦਾ ਨਾ ਕੋਈ ਆਵਾਜ਼, ਉਹ ਕਿੱਧਰ ਗਿਆ ਤਾਜ, ਉਹ ਕੰਮ ਚੱਲਦਾ। ਹੁਣ ਦੇਖੋ ਜੇ ਇਹ ਚਰਚਾ ਨਾ ਹੋਵੇ ਤੇ ਲੰਘੀ ਰਾਤ ਨੂੰ ਜਿਹੜੀਆਂ 2 ਮੀਟਿੰਗਾਂ ਅਲੱਗ-ਅਲੱਗ ਖੇਮਿਆਂ 'ਚ ਹੋਈਆਂ, ਇੱਕ ਤੁਸੀਂ ਦੱਸਤੀ ਤੀਆਂ ਵਾਲੀ ਤੇ ਦੂਜੇ ਪਾਸੇ ਵੀ ਬੰਦੇ ਬੈਠੇ ਨੇ ਜੀ। ਰੰਧਾਵਾ ਸਾਹਿਬ ਦੀ ਕਹਿੰਦੇ ਕੋਠੀ ਸੀ, ਨਾਲ ਕਹਿੰਦੇ ਉੱਥੇ ਕੈਪਟਨ ਸਾਹਿਬ, ਉਧਰ ਤ੍ਰਿਪਤ ਰਜਿੰਦਰ ਬਾਜਵਾ ਸਾਹਿਬ, ਸਰਕਾਰੀਆ ਸਾਹਿਬ, ਨਾਗਰਾਜ ਸਾਹਿਬ, ਜਿੰਨੇ ਬੰਦੇ ਨੇ ਮਤਲਬ ਜਿਹੜੇ ਬੰਦੇ ਕੈਪਟਨ ਵਿਰੋਧੀ ਧੜਾ, ਉਹ ਸਾਰੇ ਬੰਦੇ ਜਿਹਦੇ ਵਿੱਚ ਮੰਤਰੀ ਵੀ ਮੌਜੂਦਾ ਤੇ ਮੌਜੂਦਾ MLA ਸਾਹਿਬਾਨ ਵੀ, ਉਹਨਾਂ ਨੇ ਵੀ ਸਿਰ ਜੋੜ ਕੇ ਸਲਾਹਾਂ ਕੀਤੀਆਂ। ਹੁਣ ਉਹਨਾਂ ਕਿਹੜਾ ਬਾਹਰ ਆ ਕੇ ਦੱਸਿਆ ਵੀ ਅਸੀਂ ਕੀ ਸਲਾਹ ਕੀਤੀ, ਪਰ ਬੰਦਾ ਅੰਦਾਜ਼ਾ ਤੇ ਲਾਉਂਦਾ ਹੀ ਹੈ ਨਾ ਵੀ ਉਧਰੋਂ 2 ਨਾਵਾਂ ਦੀ ਚਰਚਾ ਹੁੰਦੀ ਹੈ ਵੀ ਸਿੱਧੂ ਸਾਹਿਬ ਨੂੰ ਇੱਥੇ ਐਡਜਸਟ ਕਰ ਦਿੰਦੇ, ਕੈਪਟਨ ਸਾਹਿਬ ਆਹ ਕਰ ਲੈਣਗੇ, ਤੁਸੀਂ ਅੱਗੇ ਇੱਦਾਂ ਚੱਲ ਪਿਓ। ਤੇ ਜਦੋਂ ਇਹ ਪਤਾ ਲੱਗਾ ਹੋਊਗਾ ਵੀ ਉਧਰ ਕੈਪਟਨ ਸਾਹਿਬ ਉਹਨਾਂ ਨੂੰ ਮਿਲ ਰਹੇ ਨੇ ਤੇ ਇੱਧਰ ਫਿਰ ਇਹਨਾਂ ਵੀ ਤੇ ਮਿਲਣਾ ਹੀ ਸੀਗਾ। ਸੰਧਾਵਾਲੀਆ ਸਾਹਿਬ, ਅੱਜ ਰਾਵਤ ਸਾਹਿਬ ਦੇ ਪੰਜਾਬ ਪਹੁੰਚਣ ਦੀ ਉਮੀਦ ਹੈ ਚੰਡੀਗੜ੍ਹ। ਉੱਥੇ ਆ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ, ਜਾਖੜ ਸਾਹਿਬ ਦੇ ਨਾਲ ਤੇ ਕੈਪਟਨ ਸਾਹਿਬ ਦੇ ਨਾਲ ਵਾਰੋ-ਵਾਰੀ ਮੀਟਿੰਗ ਹੋ ਸਕਦੀ ਹੈ। ਉਹਦੇ ਤੋਂ ਬਾਅਦ ਉਮੀਦ ਹੈ ਕਿ ਸ਼ਾਮ ਤੱਕ ਪ੍ਰੈਸ ਨੋਟ ਜਾਰੀ ਹੋ ਜਾਏ, ਜਾਂ ਫਿਰ ਜੇ ਸਾਰਾ ਕੁਝ ਉਹ ਢੱਕਣ ਲਪੇਟਣ 'ਚ ਕਾਮਯਾਬ ਹੋ ਗਿਆ, ਇਹਨਾਂ ਤਿੰਨਾਂ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਵੀ ਹੋ ਸਕਦੀ ਹੈ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜਿਸ ਤਰੀਕੇ ਅੱਡੋ-ਅੱਡ ਮੀਟਿੰਗਾਂ ਹੁੰਦੀਆਂ, ਤੁਸੀਂ ਦੇਖੋ ਕਿ ਜੋ ਚਰਚਾ ਚੱਲਦੀ ਹੈ ਕਿ ਰੰਧਾਵਾ ਸਾਹਿਬ ਦੇ ਨਾਲ ਤ੍ਰਿਪਤ ਰਜਿੰਦਰ ਬਾਜਵਾ ਸਾਹਿਬ ਬੈਠੇ, ਸੁਖ ਸਰਕਾਰੀਆ ਸਾਹਿਬ ਬੈਠੇ, ਪ੍ਰਗਟ ਸਿੰਘ ਹੋਰੀ ਬੈਠੇ, ਕੁਲਬੀਰ ਸਿੰਘ ਜੀਰਾ ਬੈਠੇ, ਵਰਿੰਦਰ ਸਿੰਘ ਪਾੜਾ ਹੋਰੀ ਬੈਠੇ, ਹਾਂ, ਉਹ ਸਾਰੇ ਬੰਦੇ ਜਿਹੜੇ ਆ, ਇਹਦਾ ਮਤਲਬ ਹੈ ਕਿ ਇੱਕ ਚੰਗਾ ਚੋਖਾ ਧੜਾ ਹੈ। ਹੁਣ ਉਹ ਆਪਣੇ ਪੱਧਰ ਤੇ ਮੀਟਿੰਗਾਂ ਕਰਦੇ ਆ, ਦੂਸਰੇ ਪਾਸੇ ਆਪਣੇ ਪੱਧਰ ਤੇ ਮੀਟਿੰਗਾਂ ਕਰਦੇ ਆ ਕੈਪਟਨ ਸਾਹਿਬ। ਹੁਣ ਕੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਿੱਦਾਂ ਢੱਕ ਲਪੇਟ ਕੇ ਸਾਰਿਆਂ ਨੂੰ ਇਕੱਠੇ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕੀ ਟਿਕਟਾਂ ਦੀ ਵੰਡ ਵੇਲੇ ਰੌਲਾ ਨਹੀਂ ਪਊਗਾ? ਕੀ ਪ੍ਰਚਾਰ ਦੇ ਵੇਲੇ ਰੌਲਾ ਨਹੀਂ ਪਊਗਾ ਕਿ ਭਾਈ ਕਿੰਨੀਆਂ ਰੈਲੀਆਂ ਨੂੰ ਕਿਹਨੇ ਸੰਬੋਧਨ ਕਰਨਾ, ਕਿਹਦੇ ਪਹਿਲਾਂ ਰੈਲੀ ਰੱਖਣੀ, ਕਿਹਦੇ ਬਾਅਦ ਵਿੱਚ ਰੈਲੀ ਰੱਖਣੀ, ਭਾਸ਼ਣ ਕੀ ਦੇਣਾ? ਪਰ ਇਹਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਜਿਹੜੀ ਇਸ ਵੇਲੇ ਆਉਣੀ ਹੈ, ਕੈਪਟਨ ਸਾਹਿਬ ਦੀ ਤੇ ਚੁਣੌਤੀ ਸੀ, ਜਾਖੜ ਸਾਹਿਬ ਲਈ ਚੁਣੌਤੀ, ਹਾਈ ਕਮਾਂਡ ਲਈ ਚੁਣੌਤੀ ਸੀ ਕਿ ਭਾਈ ਇਕੱਠੇ ਕਿੱਦਾਂ ਰੱਖਣੇ। ਪਰ ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਂਦਾ ਤੇ ਸਵਾਲ ਉੱਥੇ ਹੀ ਖੜਾ ਹੈ। ਅੱਗੇ ਸਿੱਧੂ ਸਾਹਿਬ ਸਵਾਲ ਪੁੱਛਦੇ ਸੀ ਰੋਜ਼ ਟਵੀਟ ਦੇ ਵਿੱਚ, ਉਹ ਕਹਿ ਸਕਦੇ ਆ ਭੜਕ ਨੂੰ ਕਿ ਮੈਂ ਕਿਹੜਾ ਸਰਕਾਰ ਦੇ ਵਿੱਚ ਆ, ਮੈਂ ਤਾਂ ਕਾਂਗਰਸ ਪਾਰਟੀ ਦਾ। ਪਰ ਨਹੀਂ, ਕਾਂਗਰਸ ਪਾਰਟੀ ਦੀ ਸਰਕਾਰ ਹੈ, ਤੁਹਾਡੇ ਕੋਲੇ ਭਾਵੇਂ ਸਮਾਂ ਥੋੜਾ ਹੈ ਭਾਵੇਂ ਬਹੁਤਾ, ਪਰ 90 ਦਿਨਾਂ ਦੇ ਬਾਅਦ 100 ਦਿਨ ਨਹੀਂ ਲੋਕਾਂ ਨੇ ਹੋਣ ਦੇਣਾ, ਪ੍ਰਧਾਨ ਬਣ ਜਾਓ। 90 ਦਿਨਾਂ ਦੇ ਬਾਅਦ ਲੋਕਾਂ ਨੇ ਤੁਹਾਡੇ ਟਵੀਟਾਂ ਦੇ ਸਕਰੀਨਸ਼ਾਟ ਲੈਣੇ ਆ ਕਿ ਸਿੱਧੂ ਸਾਹਿਬ
ਤੁਸੀਂ ਉਹ ਕਹਿੰਦੇ ਸੀ ਨਾ ਕਿ ਬਿਜਲੀ ਦੇ ਸਮਝੌਤੇ ਰੱਦ ਹੋਣੇ ਚਾਹੀਦੇ ਆ। ਤੁਸੀਂ ਉਹ ਕਹਿੰਦੇ ਸੀ ਨਾ 1 ਰੁਪਈਆ 99 ਪੈਸੇ ਨੂੰ ਸੋਲਰ ਵਾਲੀ ਸੂਰਜੀ ਊਰਜਾ ਵਾਲੀ ਬਿਜਲੀ ਮਿਲਦੀ ਹੈ। ਤੁਸੀਂ ਉਹ ਕਹਿੰਦੇ ਸੀ ਨਾ ਕਿ ਭਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਮਿਲਦਾ। ਤੁਸੀਂ ਉਹ ਕਹਿੰਦੇ ਸੀ ਨਾ ਕਫਰਾਨੇ ਮੰਤਰੀ ਨੇ ਸੋਲਰ ਊਰਜਾ ਵਾਲੇ ਮਹਿੰਗੇ ਸਮਝੌਤੇ ਕਰ ਦਿੱਤੇ। ਤੁਸੀਂ ਉਹ ਕਹਿੰਦੇ ਸੀ ਨਾ ਐਕਸਾਈਜ਼ ਪਾਲਿਸੀ ਇਦਾਂ ਦੀ ਹੋਣੀ ਚਾਹੀਦੀ ਹੈ। ਹੁਣ ਤੁਸੀਂ ਉਸ ਪਾਰਟੀ ਦੇ ਪ੍ਰਧਾਨ ਹੋ ਜਿਹੜੀ ਪਾਰਟੀ ਦੀ ਸਰਕਾਰ ਹੈ। ਤੁਸੀਂ ਦੱਸੋ ਕਿ ਭਾਈ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ ਬਦਲਿਆ ਕੀ? ਤਾਂ ਨਹੀਂ ਤਾਂ ਲੋਕਾਂ ਦੇ ਮਨ 'ਚ ਇਹ ਆਊਗਾ ਕਿ ਭਾਈ ਇਕੱਲੇ ਪ੍ਰਧਾਨ ਬਣੇ ਨੇ, ਲੋਕਾਂ ਦਾ ਕੰਮ ਤਾਂ ਉੱਥੇ ਰਹਿ ਗਿਆ। ਦੇਖੋ ਗੱਲ ਇਹ ਆ ਵੀ ਇਹ ਸਵਾਲ ਤੇ ਜੇ ਆਪਣੇ ਮਨਾਂ 'ਚ ਆਉਂਦੇ ਆ, ਲੋਕ ਮਨਾਂ 'ਚ ਆਉਂਦੇ ਤੇ ਸਿੱਧੂ ਸਾਹਿਬ ਦੇ ਦਿਮਾਗ 'ਚ ਵੀ ਤੇ ਆਉਂਦੇ ਹੋਣਗੇ ਜੀ। ਹੁਣ ਵੈਸੇ ਕਾਰਨ ਇਹ ਆ ਵੀ ਇਹ ਸਾਰੇ ਕੁਝ ਦੇ ਚੱਲਦਿਆਂ ਜਿਹੜੀਆਂ ਦੋ ਚੀਜ਼ਾਂ, ਇੱਕ ਤੇ ਆ ਮੀਟਿੰਗ ਵਾਲੀ ਗੱਲ ਅੱਡੋ ਅੱਡ ਹੁੰਦੀ ਵੀ ਸਿੱਧੂ ਸਾਹਿਬ ਆਪਣੀ ਮੀਟਿੰਗ ਕਰਦੇ ਆ, ਕੈਪਟਨ ਸਾਹਿਬ ਆਪਣੀ ਮੀਟਿੰਗ ਕਰਦੇ ਆ, ਨਾਲ ਦੀ ਨਾਲ ਜਿਹੜੇ ਹੋਰਡਿੰਗ ਲੱਗੇ ਨੇ ਅਚਾਨਕ ਤੋਂ ਵੀ ਭਾਈ ਸਾਹਿਬ ਨਵਜੋਤ ਸਿੰਘ ਸਿੱਧੂ ਫਿਰ ਇਸ ਵਾਰ ਜਾਂ ਇਸ ਵਾਰ ਨਵਜੋਤ ਸਿੰਘ ਸਿੱਧੂ ਸਰਦਾਰ, ਕੁਛ ਇਸ ਤਰ੍ਹਾਂ ਦੀ ਰਾਈਮਿੰਗ ਕਰ ਕਰਕੇ ਅਲੱਗ-ਅਲੱਗ ਥਾਵਾਂ ਦੇ ਉੱਪਰ, ਉਹ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਚਰਚਾ ਦਾ ਵਿਸ਼ਾ ਵੀ ਅਜੇ ਤਾਂ ਇਕੱਲੀ ਪ੍ਰਧਾਨਗੀ ਇੱਥੇ ਆਈ ਆ ਜੀ, ਚਿੰਤਾ ਨਾ ਕਰੋ ਆਉਂਦੇ ਚੰਦ ਮਹੀਨਿਆਂ ਤੱਕ ਮੁੱਖ ਮੰਤਰੀ ਦਾ ਚਿਹਰਾ ਵੀ ਸਿੱਧੂ ਸਾਹਿਬ ਹੋਣਗੇ। ਇਹ ਚਰਚਾ ਚੱਲੀ। ਹੁਣ ਜੇ ਮੰਨ ਲਓ ਵੀ ਇਸੇ ਤਰ੍ਹਾਂ ਦੀ ਚਰਚਾ ਚੱਲੀ ਤੇ ਜਿਹੜਾ ਦੂਸਰਾ ਧੜਾ ਜਿਹਨਾਂ ਨੂੰ ਅੱਜ ਲੱਗਦਾ ਹੋਊਗਾ ਵੀ ਅਸੀਂ ਥੋੜੇ ਜਿਹੇ ਬੈਕਫੁੱਟ ਤੇ ਆਏ ਯਾਰ, ਅਸੀਂ ਤਾਂ ਚਾਹੁੰਦੇ ਨਹੀਂ ਸੀ ਪਰ ਜੇ ਸਿੱਧੂ ਨੂੰ ਬਣਾਤਾ ਤੇ ਕੋਈ ਗੱਲ ਨਹੀਂ, ਦੇਖਦੇ ਆ। ਜੇ ਮੰਨ ਲਓ ਕੱਲ ਨੂੰ ਇਹ ਚਰਚਾ ਇਸ ਪਾਸੇ ਨੂੰ ਮੋੜਾ ਕੱਟ ਜਾਂਦੀ ਆ ਵੀ ਵੇਖਿਆ ਅਗਲਾ ਤਾਂ ਹੁਣ ਚਿਹਰਾ ਵੀ ਭਾਈ ਸਾਹਿਬ ਨਵਜੋਤ ਸਿੰਘ ਸਿੱਧੂ ਹੋਊਗਾ ਤੇ ਹੋ ਸਕਦਾ ਪਟਾਕੇ ਜ਼ਿਆਦਾ ਪੈਣ, ਚਰਚਾ ਹੀ ਹੈ। ਹਾਂ, ਮੈਨੂੰ ਇਹ ਵੀ ਲੱਗਦਾ ਹੈ ਕਿ ਜੇ ਢੱਕਣ ਲਪੇਟਣ ਦੇ ਵਿੱਚ ਕਾਮਯਾਬ ਕਾਂਗਰਸ ਪਾਰਟੀ ਹੋ ਜਾਂਦੀ ਹੈ, ਮੈਂ ਸੋਚ ਰਿਹਾ ਸੀ ਕਿ ਨਾਭੇ ਵਾਲੇ ਇਲਾਕੇ ਦੇ ਵਿੱਚ ਕੋਈ ਰੈਲੀ ਹੋਵੇ, ਨਵਜੋਤ ਸਿੰਘ ਸਿੱਧੂ ਪ੍ਰਧਾਨ ਹੋਣ, ਸਾਧੂ ਸਿੰਘ ਧਰਮਸੋਤ ਹੋਰੀ ਲੋਕਲ ਬੰਦੇ ਨੇ ਕਿਉਂਕਿ ਉਹ ਨੁਮਾਇੰਦੇ ਨੇ, ਉਹ ਉੱਥੇ ਬੋਲਣ ਤੇ ਕੀ ਕਹਿਣਗੇ ਕਿ ਭਾਈ ਸਾਡੀ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮਾਨਯੋਗ ਨਵਜੋਤ ਸਿੰਘ ਸਿੱਧੂ ਆਏ ਨੇ, ਕਿਉਂਕਿ ਉਹੀ ਤਾਂ ਕਹਿੰਦੇ ਹੁੰਦੇ ਕਿ ਬੰਦਾ ਟਿਕ ਨਹੀਂ ਸਕਦਾ ਕਿਤੇ, ਇਹ ਬੰਦਾ ਅਨੁਸ਼ਾਸਨ ਦੇ ਵਿੱਚ ਨਹੀਂ ਰਹਿ ਸਕਦਾ। ਬਹੁਤ ਵਾਰੀ ਬੋਲੇ ਆ ਸਾਧੂ ਸਿੰਘ ਧਰਮਸੋਤ, ਬਹੁਤ ਵਾਰੀ ਬੋਲੇ ਨੇ ਰਵਨੀਤ ਸਿੰਘ ਬਿੱਟੂ ਵੀ ਕਿ ਭਾਈ ਪਾਰਟੀ ਬਹੁਤ ਪੁਰਾਣੀ ਹੈ, ਬਹੁਤ ਸਾਰੇ ਪਰਿਵਾਰਾਂ ਨੇ ਕਈ ਪੀੜ੍ਹੀਆਂ ਨੇ ਕੁਰਬਾਨੀਆਂ ਦਿੱਤੀਆਂ, 4-5 ਸਾਲ ਆਏ ਪਹਿਲਾਂ ਬੰਦੇ ਜੇ ਪ੍ਰਧਾਨਗੀ ਲਈ ਸੋਚਣ ਵਿਚਾਰਨ ਬਿਨਾਂ। ਲੁਧਿਆਣਾ ਲੋਕ ਸਭਾ ਹਲਕਾ ਜੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਕਿਤੇ ਲੁਧਿਆਣੇ ਜ਼ਿਲ੍ਹੇ 'ਚ ਨਾ ਜਾਣਗੇ, ਜੇ ਜਾਣਗੇ ਤਾਂ ਲੋਕਲ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਤਾਂ ਸੱਦਣਗੇ, ਹੋਰ ਵੀ ਕਈ ਬੰਦੇ ਨੇ, ਉਹਨਾਂ ਦੇ ਹਲਕਿਆਂ ਦੇ ਵਿੱਚ ਕੀ ਸਥਿਤੀ ਹੋਏਗੀ। ਸੋ ਇਸ ਮਸਲੇ ਨੂੰ ਕੋਈ ਵੀ ਬੰਦਾ ਹਲਕੇ 'ਚ ਨਾ ਲਵੇ, ਪਰ ਹਾਂ ਇੰਨੀ ਗੱਲ ਜ਼ਰੂਰ ਹੈ ਸੰਧਾਲੀਆ ਸਾਹਿਬ ਜਿਹੜੀ ਕਿ ਚੰਗੇ ਤਰੀਕੇ ਪੰਜਾਬ ਦੇ ਲੋਕਾਂ ਨੂੰ ਸਮਝਣੀ ਪਊਗੀ ਕਿ ਸਾਡੇ ਵਰਗੇ ਪੱਤਰਕਾਰ ਭਾਈਚਾਰੇ ਨੇ, ਅਸੀਂ ਵਿੱਚੇ ਆ, ਸਾਡੇ ਲਈ ਇੱਕ ਖਬਰ ਹੈ ਜਿਹੜੀ ਅਸੀਂ ਤੁਹਾਨੂੰ ਕਰਾਰੀ ਕਰ ਕਰਕੇ ਸੁਣਾਉਣੀ ਹੈ, ਪਰ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਮਸਲਾ ਨਹੀਂ ਹੱਲ ਹੁੰਦਾ। ਹਾਂ, ਕਾਂਗਰਸ ਪਾਰਟੀ ਦੇ ਲਈ ਐਸਸੀ ਭਾਈਚਾਰੇ ਦੀਆਂ ਦੁਆਬੇ ਦੀਆਂ ਵੋਟਾਂ ਮਾਇਨੇ ਰੱਖਦੀਆਂ ਹੋਣਗੀਆਂ, ਸ਼ਹਿਰੀ ਵੋਟਾਂ ਮਾਇਨੇ ਰੱਖਦੀਆਂ ਹੋਣਗੀਆਂ, ਨਵਜੋਤ ਸਿੰਘ ਸਿੱਧੂ ਦੀ ਫੈਨ ਫੋਲੋਇੰਗ ਮਾਇਨੇ ਰੱਖਦੀ ਹੋਏਗੀ, ਉਹਨਾਂ ਨੇ ਸਾਰਿਆਂ ਨੂੰ ਇਕੱਠੇ ਬਿਠਾਉਣ ਦੀ ਕੋਸ਼ਿਸ਼ ਕਰ ਲਈ, ਪਰ ਪੰਜਾਬ ਦੇ ਲੋਕਾਂ ਦੀ ਖੇਤੀਬਾੜੀ ਦੀ ਕੋਈ ਗੱਲ ਨਹੀਂ ਕਿਸੇ ਨੇ ਕੀਤੀ। ਜੇ ਕਹਿ ਦਈਏ ਕਿ ਰਾਵਤ ਸਾਹਿਬ ਨੇ ਕਿਹਾ ਅਸੀਂ ਖੇਤੀਬਾੜੀ ਸੰਕਟ ਦਾ ਹੱਲ ਲੱਭ ਲਿਆ, ਜਾਂ ਰਾਵਤ ਸਾਹਿਬ ਨੇ ਕਿਹਾ ਕਿ ਭਾਜੀ ਅਸੀਂ ਰੇਤਾ ਬਜਰੀ ਵਾਲਾ ਮੁੱਦਾ ਜਿਹੜਾ ਹਾਈ ਕਮਾਂਡ ਨੇ ਮੀਟਿੰਗਾਂ ਕਰਕੇ ਸਾਰਾ ਸੁਲਝਾ ਦਿੱਤਾ, ਲੋਕਾਂ ਨੂੰ ਸਸਤੀ ਰੇਤਾ ਮਿਲੂ, ਜਾਂ ਜਿਹੜੇ ਬੇਰੁਜ਼ਗਾਰ ਮੁਹਾਲੀ ਬੈਠੇ ਆ ਜਾਂ ਜਿਹੜਾ ਸੁਰਿੰਦਰਪਾਲ ਟਾਵਰ ਦੇ ਉੱਤੇ ਚੜਿਆ ਉਹਦੇ ਬਾਬਤ ਨਹੀਂ ਕੋਈ ਬੋਲਿਆ। ਤੁਸੀਂ ਸਭ ਤੋਂ ਵੱਡੀ ਸਿਆਸੀ ਬੇਈਮਾਨੀ ਪੰਜਾਬ ਦੇ ਲੋਕਾਂ ਦੇ ਨਾਲ ਦੇਖੋ ਕਿ ਇੱਕ ਦਿਨ ਦੇ ਵਿੱਚ ਕਿਵੇਂ ਹੁੰਦੀ ਹੈ। ਇੱਧਰ ਕਾਂਗਰਸ ਪਾਰਟੀ ਵਾਲੇ ਕਹਿੰਦੇ ਕਿ ਭਾਈ ਅਸੀਂ ਇੱਦਾਂ ਕਰਕੇ ਐਡਜਸਟਮੈਂਟ ਕਰ ਦੇਣੀ ਹੈ, ਉਧਰ ਸੁਖਬੀਰ ਸਿੰਘ ਬਾਦਲ ਹੋਰੀ ਸਪੈਸ਼ਲ ਪ੍ਰੈਸ ਕਾਨਫਰੰਸ ਕਰਦੇ ਆ ਖੇਤੀ ਵਾਲੇ ਮੁੱਦੇ ਤੋਂ ਇਲਾਵਾ। ਉਹ ਕਹਿੰਦੇ ਜੀ ਅਸੀਂ ਐਲਾਨ ਕਰ ਦਿੰਦੇ ਹਾਂ 2 ਉਪ ਮੁੱਖ ਮੰਤਰੀ ਹੋਣਗੇ ਜੇ ਕਿਤੇ ਸਾਡੀ ਸਰਕਾਰ ਬਣ ਗਈ, ਇੱਕ ਐਸਸੀ ਭਾਈਚਾਰੇ ਦੇ ਵਿੱਚੋਂ, ਦੂਸਰਾ ਸ਼ਹਿਰੀ ਹਿੰਦੂ ਭਾਈਚਾਰੇ ਦੇ ਵਿੱਚੋਂ, ਅਸੀਂ ਪੂਰਾ ਬਣਦਾ ਮਾਨਤਾਨ ਦੇਣਾ। ਸੰਧਾਲੀਆ ਸਾਹਿਬ ਬਿਲਕੁਲ ਠੀਕ ਹੈ, ਪਰ ਮੇਰਾ ਸਵਾਲ ਕਿੱਥੇ ਖੜਾ ਹੈ ਕਿ ਜੇ ਕਾਂਗਰਸ ਪਾਰਟੀ 2 ਕਾਰਜਕਾਰੀ ਪ੍ਰਧਾਨ ਬਣਾਉਂਦੀ ਹੈ ਇਹਨਾਂ ਵਰਗਾਂ ਚੋਂ, ਜੇ ਸੁਖਬੀਰ ਸਿੰਘ ਬਾਦਲ ਸਾਹਿਬ 2 ਉਪ ਮੁੱਖ ਮੰਤਰੀਆਂ ਦਾ ਐਲਾਨ ਕਰਦੇ ਇਹਨਾਂ ਵਰਗਾਂ ਚੋਂ, ਇਹ 4 ਬੰਦੇ ਜੇ ਐਡਜਸਟ ਕੀਤੇ ਜਾਂਦੇ ਆ ਜਿਹੜੇ ਵੀ ਹੋਣਗੇ, ਕੀ ਉਹ ਪੰਜਾਬ ਦੀ ਧਰਤੀ ਹੇਠਾਂ ਨੂੰ ਜਾਂਦਾ ਪਾਣੀ ਖਿੱਚ ਕੇ ਤਾਂ ਨੂੰ ਲੈ ਆਉਣਗੇ? ਇਹ 4 ਬੰਦਿਆਂ ਦੀ ਐਡਜਸਟਮੈਂਟ ਦੇ ਨਾਲ ਇਹ ਜਿਹੜੇ ਵਰਗ ਵਿਸ਼ੇਸ਼ ਨੇ ਇਹਨਾਂ ਦੇ ਨਿਆਣੇ ਸਕੂਲ ਤੇ ਕਾਲਜ ਪੜ੍ਹਨ ਜਾਣਗੇ? ਕੀ ਕਾਲਜ ਦੇ ਵਿੱਚ ਜਿਹੜੀਆਂ 80-85% ਦੀ ਅਸਾਮੀਆਂ ਖਾਲੀ ਪਈਆਂ ਉਹਨਾਂ ਦੀ ਜਗ੍ਹਾ ਦੇ ਉੱਤੇ ਕਾਂਗਰਸੀਆਂ ਦੇ ਕਾਰਜਕਾਰੀ ਪ੍ਰਧਾਨ ਜਾਂ ਇਹਨਾਂ ਦੇ ਉਪ ਮੁੱਖ ਮੰਤਰੀ ਆਪ ਆ ਕੇ ਪੜਾਉਣਗੇ? ਪੁੱਤ ਆਓ ਮੈਂ ਤੁਹਾਨੂੰ ਲਾਇਬ੍ਰੇਰੀ ਚੋਂ ਕਿਤਾਬ ਇਸ਼ੂ ਕਰਕੇ ਦਿੰਨਾ, ਪੁੱਤ ਆਓ ਲੈਬੋਰਟਰੀ ਦੇ ਵਿੱਚ ਮੈਂ ਤੁਹਾਨੂੰ ਬੀਕਰ ਦੇ ਵਿੱਚ ਕੈਮੀਕਲ ਪਾ ਕੇ ਦਿਖਾਉਣਾ ਕਿ ਪ੍ਰਯੋਗਸ਼ਾਲਾ 'ਚ ਪ੍ਰਯੋਗ ਕਿਵੇਂ ਹੁੰਦਾ। ਜਾਂ ਆ ਜਿਹੜੇ ਮੁਹਾਲੀ ਬੰਦੇ ਬੈਠੇ ਆ ਜਾਂ ਜਿਹੜੇ ਬੰਦੇ ਪਟਿਆਲੇ ਜਾ ਕੇ ਬੈਠੇ ਆ 18 ਸਾਲ ਹੋ ਗਿਆ ਕੱਚੀਆਂ ਨੌਕਰੀਆਂ ਕਰਦਿਆਂ ਨੂੰ, ਜਾਂ ਫਿਰ 2 ਉਪ ਮੁੱਖ ਮੰਤਰੀ ਜਾਂ 2 ਕਾਰਜਕਾਰੀ ਪ੍ਰਧਾਨ ਪੰਜਾਬ ਦੀਆਂ ਬਾਕੀ ਸਮੱਸਿਆਵਾਂ ਹੱਲ ਕਰ ਦੇਣਗੇ? ਦੇਖੋ ਗੱਲ ਇਹ ਆ ਵਾਟ ਸਾਹਿਬ, ਤੁਸੀਂ ਨਾ ਫਿਰ ਭੋਲੀ ਗੱਲ ਕਰਨ ਲੱਗ ਪੈਂਦੇ ਆ, ਤੁਸੀਂ ਉਹਨੇ ਭਾਵਕ, ਇੱਕ ਤੇ ਤੁਹਾਨੂੰ ਬੀਪੀ ਦੀ ਗੋਲੀ ਮਿਲਦਾ ਹੌਲੀ ਹੌਲੀ ਲਾਉਣੀ ਪੈਣੀ। ਦੇਖੋ ਕਾਰਨ ਇਹ ਆ ਵੀ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਬਿਲਕੁਲ ਠੀਕ ਆ ਆਪਣੀ ਥਾਂ ਦੇ ਉੱਪਰ।
ਸੁਖਬੀਰ ਬਾਦਲ ਸਾਹਿਬ ਨੇ ਕਹਿਤਾ ਵੀ ਮੁੱਖ ਮੰਤਰੀ ਮੈਂ ਆਊਂਗਾ, ਉਹ ਤਾਂ ਕਲੀਅਰ ਹੀ ਹੈ ਜੀ। ਨਾਲ ਦੀ ਨਾਲ ਉਹ ਅੱਗੇ ਉਹ ਕਹਿ ਹਟੇ ਸੀ ਵੀ ਆਪਾਂ ਇੱਕ ਐਸੀ ਭਾਈਚਾਰੇ 'ਚੋਂ ਡਿਪਟੀ ਸੀਐਮ ਬਣਾਉਣਾ। ਹੁਣ ਉਹਨਾਂ ਦਾ ਮਨ ਬਣਿਆ ਵੀ ਨਹੀਂ ਹਿੰਦੂ ਭਾਈਚਾਰੇ 'ਚੋਂ ਇੱਕ ਡਿਪਟੀ ਸੀਐਮ ਬਣਾਉਣਾ, ਆਪਾਂ ਭਾਈਚਾਰਕ ਸਾਂਝ ਕਾਇਮ ਰੱਖਣੀ। ਹੁਣ ਸਵਾਲ ਇਹ ਆ ਵੀ ਤੁਹਾਡੀ ਗੱਲ ਠੀਕ ਹੈ ਆਪਣੀ ਥਾਂ 'ਤੇ ਵੀ ਜੇ ਇਹ ਬੰਦੇ ਐਡਜਸਟ ਕਰਦੇ ਆ ਤੇ ਇਹਨਾਂ ਦੇ ਨਾਲ ਪੰਜਾਬ ਦਾ ਕੀ ਭਲਾ ਹੋਊਗਾ। ਪਰ ਇੱਕ ਸਵਾਲ ਇਹ ਵੀ ਹੈ ਨਾ, ਜੇ ਇਸ ਵਕਤ ਕਾਂਗਰਸ ਪਾਰਟੀ ਦੀ ਗੱਲ ਕਰੀਏ ਤੇ ਚੰਗਾ ਚੋਖਾ ਪੈਸਾ ਦੇ ਕੇ ਪ੍ਰਸ਼ਾਂਤ ਕਿਸ਼ੋਰ ਉਹਨਾਂ ਵੀ ਰੱਖਿਆ। ਇੱਕ ਦੂਸਰੇ ਪਾਸੇ ਉਹ ਪੂਰਾ ਨਾਂ ਦਾ ਯਾਰ ਅਜੀਬ ਆ ਪਰ ਬੰਦੇ ਨਾਲ ਐਸ ਕੇ ਛੋਟਾ ਨਾਂ ਕਹਿੰਦੇ ਉਹ ਅਕਾਲੀ ਦਲ ਵਾਲਿਆਂ ਨੇ ਰੱਖਿਆ। ਉਹਨਾਂ ਬੰਦਿਆਂ ਨੇ ਵੀ ਸਲਾਹਾਂ ਦਿੱਤੀਆਂ ਹੋਣਗੀਆਂ, ਵਿਚਲੇ ਸਲਾਹਕਾਰਾਂ ਨੇ ਵੀ ਦੱਸਿਆ ਹੋਊਗਾ, ਕਿਹਾ ਹੋਊਗਾ ਕਿਸੇ ਨਾ ਕਿਸੇ ਨੇ ਵੀ ਭਾਈ ਸਾਹਿਬ ਇਹ ਚੀਜ਼ ਚੱਲਦੀ ਆ, ਇਸ ਕਰਕੇ ਆਪਾਂ ਨੂੰ ਬੰਦੇ ਐਡਜਸਟ ਕਰਨੇ ਪੈਣੇ। ਜੇ ਕੇਜਰੀਵਾਲ ਸਾਹਿਬ ਦਿੱਲੀੋਂ ਆ ਕੇ ਤੇ ਇਹ ਕਹਿ ਸਕਦੇ ਵੀ ਪੰਜਾਬ ਇੱਕੋ ਇੱਕ ਸਟੇਟ ਹੈ ਜਿੱਥੇ ਸਿੱਖ ਮੁੱਖ ਮੰਤਰੀ ਬਣ ਸਕਦਾ, ਉਹਨਾਂ ਨੂੰ ਕੁਝ ਦਿਸਦਾ ਹੋਊਗਾ। ਜੇ ਅੱਜ ਸੁਖਬੀਰ ਬਾਦਲ ਸਾਹਿਬ ਇਹ ਕਹਿੰਦੇ ਵੀ ਮੈਂ ਹੁਣ ਐਸੀ ਭਾਈਚਾਰੇ ਦੇ ਨੁਮਾਇੰਦੇ ਦੇ ਨਾਲ ਹਿੰਦੂ ਭਾਈਚਾਰੇ ਦੇ ਵਿੱਚ ਵੀ ਇੱਕ ਡਿਪਟੀ ਸੀਐਮ ਬਣਾਉਣਾ, ਉਹਨਾਂ ਨੂੰ ਕੁਝ ਦੀਦਾ ਹੋਊਗਾ। ਜੇ ਕਾਂਗਰਸ ਪਾਰਟੀ ਨੂੰ ਮਹੀਨਾ ਹੋ ਗਿਆ ਰਿੜਕਦਿਆਂ ਨੂੰ ਵੀ ਕਿਹਨੂੰ ਐਡਜਸਟ ਕਰੀਏ, ਕਿਹੜਾ ਭਾਈਚਾਰਾ ਕਿੱਥੇ ਫਿੱਟ ਕਰੀਏ, ਇਹਦਾ ਮਤਲਬ ਉਹਨਾਂ ਨੂੰ ਦੀਦਾ ਹੋਊਗਾ। ਜੇ ਉਹ ਦਿਸਦਾ ਇਹਦਾ ਮਤਲਬ ਇਹ ਚੀਜ਼ ਐਗਜ਼ਿਸਟ ਕਰਦੀ ਹੈ ਬਾਹਰ, ਇਹ ਮੰਨਣਾ ਪਊ ਆਪਾਂ। ਨਹੀਂ ਮੈਂ ਮੰਨ ਰਿਹਾ ਸੰਧਾਲੀਆ ਸਾਹਿਬ ਐਗਜ਼ਿਸਟ ਕਰਦੀ ਹੈ। ਭਾਰਤੀ ਜਨਤਾ ਪਾਰਟੀ ਵਾਲੇ ਵੀ ਐਸਸੀ ਭਾਈਚਾਰੇ ਨਾਲ ਸੰਬੰਧਿਤ ਵਰਕਰਾਂ ਨੂੰ ਲੈ ਕੇ ਚੰਡੀਗੜ੍ਹ ਗਏ ਆ। ਮੈਂ ਕਿਹਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਸਿੱਖ ਨੂੰ ਮੁੱਖ ਮੰਤਰੀ ਬਣਾਉਣਾ, ਇਦਾਂ ਹੀ ਕਾਂਗਰਸ ਤੇ ਅਕਾਲੀਆਂ ਨੇ ਵੀ ਕਹਿ ਦਿੱਤਾ। ਹਰ ਪਾਰਟੀ ਸਿਆਸਤ ਕਰ ਰਹੀ ਹੈ। ਸਵਾਲ ਇਹ ਹੈ ਲੋਕ ਕੀ ਮੰਗਦੇ ਸੀ। ਲੋਕ ਮੰਗਦੇ ਸੀ ਕਿ ਸਾਡੇ ਨੇੜਲੇ ਸਕੂਲ ਦੇ ਵਿੱਚ ਤੁਸੀਂ 5 ਜਮਾਤਾਂ ਨੂੰ 5 ਅਧਿਆਪਕ ਦਿਓ। ਲੋਕ ਮੰਗਦੇ ਸੀ ਕਿ ਭਾਈ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਦਿਓ, ਟੈਸਟ ਕਰਨ ਵਾਲਾ ਬੰਦਾ ਦਿਓ ਤੇ ਮਸ਼ੀਨ ਦਿਓ ਤੇ ਦਵਾਈਆਂ ਦਿਓ। ਲੋਕ ਮੰਗਦੇ ਸੀ ਕਿ ਜਿੱਥੇ 10 ਪਟਵਾਰੀ ਚਾਹੀਦੇ ਆ 10 ਦਿਓ। ਲੋਕ ਕਹਿੰਦੇ ਸੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਅਸਾਮੀਆਂ ਪੂਰੀਆਂ ਹੋਣ, ਸਾਡੀ ਸਰਕਾਰੀ ਦਫ਼ਤਰਾਂ 'ਚ ਖੱਜਲ ਖੁਆਰੀ ਨਾ ਹੋਵੇ, ਬਿਜਲੀ ਦੇ ਬਿੱਲ ਠੀਕ ਹੋਣ। ਲੋਕ ਇਹ ਮੰਗਦੇ ਸੀ। ਲੋਕਾਂ ਨੂੰ ਪਤਾ ਕਹਿੰਦੇ ਲੈ ਤੁਹਾਨੂੰ ਅਸੀਂ 2 ਕਾਰਜਕਾਰੀ ਪ੍ਰਧਾਨ ਦਿੰਨੇ ਆ, 2 ਤੁਹਾਨੂੰ ਡਿਪਟੀ ਮੁੱਖ ਮੰਤਰੀ ਦਿੰਨੇ ਆ, ਉਹ ਅਗਲੇ ਦਿੱਲੀੋਂ ਆ ਕਹਿੰਦੇ ਤੁਹਾਨੂੰ ਸਿੱਖ ਮੁੱਖ ਮੰਤਰੀ ਦਿੰਨੇ ਆ। ਸਵਾਲ ਇਹ ਨਹੀਂ ਹੈ, ਸਾਨੂੰ ਕੰਮ ਕਰਨ ਵਾਲਾ ਬੰਦਾ ਚਾਹੀਦਾ। ਪੰਜਾਬ ਦੇ ਵਿੱਚ ਕਿਤੇ ਸਿੱਖ ਮੁੱਖ ਮੰਤਰੀ ਨਹੀਂ ਰਹੇ, ਉਹ ਸਿੱਖ ਹੀ ਮੁੱਖ ਮੰਤਰੀ ਰਹੇ ਨੇ। ਉਹਨਾਂ ਦੇ ਹੁੰਦਿਆਂ ਬੇਅਦਬੀ ਵੀ ਹੋਈ, ਅਗਲਿਆਂ ਦੀ ਸਰਕਾਰ ਆ ਗਈ ਫਿਰ ਸਿੱਖ ਮੁੱਖ ਮੰਤਰੀ, ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਫਿਰ ਕਹਿੰਦੇ ਆ ਜੀ ਐਸਸੀ ਭਾਈਚਾਰੇ 'ਚੋਂ ਡਿਪਟੀ ਸੀਐਮ ਲਾ ਦੇਣਾ। ਇਹ ਨਹੀਂ ਕਹਿੰਦੇ ਕਿ ਜਿਹੜਾ ਸਮੱਸਿਆ ਨੂੰ ਸਮਝ ਸਕੇ, ਜਿਹੜਾ ਸਮੱਸਿਆ ਨੂੰ ਸਮਝ ਕੇ ਉਹਦਾ ਹੱਲ ਕਰਨ ਦੀ ਯੋਗਤਾ ਰੱਖਦਾ, ਅਸੀਂ ਉਸ ਬੰਦੇ ਨੂੰ ਲਾਵਾਂਗੇ। ਸ਼ਹਿਰੀ ਹਿੰਦੂ ਭਾਈਚਾਰੇ 'ਚੋਂ ਲਾ ਦੇਣਾ, ਕਮਾਲ ਹੋ ਗਈ ਹੈ। ਉਹ ਬੰਦਾ ਤਾਂ ਉਹ ਕਹੋ ਲਾਓ ਜਿਹੜਾ ਕਵੇ ਕਿ ਭਾਈ ਮੈਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਿਵੇਂ ਕਰਨਾ ਹੈ, ਉਹ ਜਾਣਦਾ। ਜੇ ਹੁਣੇ ਹੀ ਹੜ ਜਿਹੇ ਹਾਲਾਤ ਬਣ ਕੇ ਹਟੇ ਆ, ਉਹ ਬੰਦਾ ਲਾਓ ਜਿਹੜਾ ਕਹੇ ਕਿ ਮੈਨੂੰ ਪਤਾ ਹੈ ਟਰਾਂਸਮਿਸ਼ਨ ਵਾਲਾ ਕੰਮ ਬਿਜਲੀ ਬੋਰਡ ਦਾ, ਪਾਵਰਕਾਮ ਦਾ ਕਿੱਦਾਂ ਵਿਗੜਿਆ, ਜਾਂ ਮੈਂ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਹੜੇ ਸੁਧਾਰ ਲਿਆਉਣੇ ਆ। ਕੋਈ ਨਹੀਂ ਕਹਿੰਦੇ। ਬਸ ਕੋਈ ਕਹਿੰਦਾ ਜੀ ਮੈਂ ਸਿੱਖ ਮੁੱਖ ਮੰਤਰੀ ਦੇ ਦੇਣਾ, ਕੋਈ ਕਹਿੰਦਾ ਮੈਂ 2 ਡਿਪਟੀ ਮੁੱਖ ਮੰਤਰੀ ਦੇ ਦੇਣੇ, ਕੋਈ ਕਹਿੰਦਾ ਮੈਂ 2 ਕਾਰਜਕਾਰੀ ਪ੍ਰਧਾਨ ਦੇ ਦੇਣੇ। ਪਰ ਲੋਕ ਐਸੇ ਗੱਲੋਂ ਤੰਗ ਨੇ, ਇਸੇ ਕਰਕੇ ਪਿੰਡਾਂ ਦੇ ਬਾਹਰ ਬੋਰਡ ਲਾਉਂਦੇ ਆ, ਇਸੇ ਕਰਕੇ ਪਿੰਡਾਂ ਦੇ ਬਾਹਰ ਬੈਨਰ ਟੰਗਦੇ ਆ ਕਿ ਭਾਈ ਬਹੁਤ ਹੋ ਗਿਆ, ਸਾਡੇ ਪਿੰਡ ਆਏ ਹੋ, ਸਾਨੂੰ ਆਣ ਕੇ ਦੱਸਣਾ ਹੈ, ਅਸੀਂ ਤੁਹਾਡੇ ਇਹਨਾਂ ਬੰਦਿਆਂ ਤੋਂ ਕੀ ਲੈਣਾ। ਮੈਂ ਕਹਿੰਦਾ ਕਿ 17-18 ਮੰਤਰੀ ਬਣਦੇ ਨਾ ਪੰਜਾਬ 'ਚ, ਸਾਰੇ ਡਿਪਟੀ ਮੁੱਖ ਮੰਤਰੀ ਲਾ ਦਿਓ, ਕਾਨੂੰਨ ਕੋਈ ਰੋਕਦਾ ਥੋੜੀ ਹੈ। ਨਾ ਇੱਕ ਉਪ ਮੁੱਖ ਮੰਤਰੀ ਦੇ ਕੋਲ ਕੈਬਨਿਟ ਮੰਤਰੀ ਤੋਂ ਵੱਧ ਧੇਲੇ ਦੀ ਤਾਕਤ ਨਹੀਂ ਹੁੰਦੀ। ਜਾਣੀ ਭਾਰਤੀ ਕਨਸਟੀਟਿਊਸ਼ਨ ਦੇ ਮੁਤਾਬਕ ਤੁਸੀਂ ਚਾਹੇ ਕੈਬਨਿਟ ਮੰਤਰੀ ਹੋ ਚਾਹੇ ਉਪ ਮੁੱਖ ਮੰਤਰੀ ਹੋ, ਤੁਹਾਡੀਆਂ ਤਾਕਤਾਂ 'ਚ ਕੋਈ ਫਰਕ ਨਹੀਂ ਹੈ। ਡਿਪਾਰਟਮੈਂਟ ਤਾਂ ਮੁੱਖ ਮੰਤਰੀ ਨੇ ਵੰਡਣੇ ਆ। ਇਸ ਕਰਕੇ ਰੌਲਾ ਇਸ ਗੱਲ ਦਾ ਨਹੀਂ, ਰੌਲਾ ਇਸ ਗੱਲ ਦਾ ਕਿ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੇ ਬਾਰੇ ਕੋਈ ਨਹੀਂ ਬੋਲ ਰਿਹਾ ਕਿ ਭਾਈ ਉਹ ਸਮੱਸਿਆ ਜਿਹੜੀ ਹੈਗੀ ਆ ਉਹਨੂੰ ਹੱਲ ਕਿੱਦਾਂ ਕਰਨਾ। ਹਾਂ ਠੀਕ ਆ, ਛੱਜ 'ਚ ਪਾ ਕੇ ਲੋਕਾਂ ਨੇ ਦੇਖਿਆ ਕਿੰਨਾ ਵਧੀਆ ਛੱਟਦੇ ਆ। ਹਾਂਜੀ ਇਦਾਂ ਹੀ ਆ। ਫਿਰ $5 ਕਿੱਦਾਂ ਜਿੱਤਣੇ ਸੀ? ਨਹੀਂ ਉਹ ਤਾਂ ਮੇਰੇ ਕੋਲੇ ਆਉਣਾ। ਮੈਂ ਤੁਹਾਨੂੰ ਤਾਂ ਹੀ ਦੱਸੀ ਆ, ਤੁਹਾਡੇ ਕੋਲ ਕਿੱਦਾਂ ਆਉਣੇ ਆ। ਦੇਖੋ ਹੁਣ ਤੁਹਾਡੇ ਸਾਹਮਣੇ, ਤੁਹਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਆਪਣੀ ਖੇਡ ਰਚ ਰਹੇ ਹਾਂ। ਨਹੀਂ ਤਾਂ ਉਧਰ ਲੋਕ ਵੀ ਤਾਂ ਰਚ ਰਹੇ, ਫਿਰ ਰੌਲਾ ਕਿਉਂ ਪਾਉਣੇ? ਉਹ ਲੋਕ ਵੜਨ ਨਹੀਂ ਦਿੰਦੇ। ਓਹੋ ਥੋੜੇ ਦਿਨ ਰੁਕ ਜਾਓ ਨਾ, ਤੁਸੀਂ ਕਾਲੇ ਪੈ ਜਾਂਦੇ। WhatsApp 6 ਮਹੀਨੇ ਆਖਰੀ ਸੀ ਇਸੇ ਕਰਕੇ ਰੱਖੇ ਹੁੰਦੇ ਆ। ਵੈਸੇ ਤੁਹਾਨੂੰ ਦੱਸਦਾ ਥੋੜਾ ਬੰਦੇ 9 ਮਹੀਨੇ ਹੋ ਚੁੱਕੇ ਆ, ਸ਼ਾਇਦ ਤੁਹਾਨੂੰ ਚੇਤਾ ਹੋਣਾ। ਮੰਨਣਾ ਥੋੜਾ ਬੰਦੇ ਨੇ। ਨਹੀਂ ਅਸੀਂ ਲਾਇਆ ਨਹੀਂ ਮੰਨਦੇ। ਅਸੀਂ ਡਿਪਟੀ ਸੀਐਮ ਲਾਇਆ ਨੇ, ਦਲਿਤਾਂ ਦਾ ਵੱਖਰਾ ਕਰਾਂਗੇ, ਹਿੰਦੂਆਂ ਦਾ ਵੱਖਰਾ ਕਰਾਂਗੇ, ਸਿੱਖ ਅਸੀਂ ਵੱਖਰੇ ਕਰ। ਅਜੇ ਹੋਰ ਰੁਕੋ, ਅਜੇ ਅਸੀਂ ਉਹਨਾਂ ਦੇ ਵਿੱਚੋਂ ਵੀ ਗਾਂ ਭਾਈਚਾਰੇ ਦੇਖਣੇ ਆ ਵੀ ਇਹਨਾਂ ਚੋਂ ਸ਼ਹਿਰੀ ਸਿੱਖ ਕਿਹੜਾ, ਇਹ ਚੋਂ ਪਿੰਡਾਂ ਵਾਲਾ ਕਿਸਾਨ ਕਿਹੜਾ, ਮਜ਼ਦੂਰ ਕਿਹੜਾ। ਮਜ਼ਦੂਰਾਂ ਦੇ ਵੀ ਕਰਜ਼ੇ ਮਾਫੀ ਦੀ ਹੁਣ ਚੇਤਾ ਆ ਗਿਆ ਕਿ ਨਹੀਂ? 4.5 ਸਾਲ ਆਇਆ ਕਿ ਨਹੀਂ ਚੇਤਾ? ਅਤੇ ਫਿਰ 700 ਕਰੋੜ ਅਸੀਂ ਉਧਰੋਂ ਲਿਆ। ਮਜ਼ਦੂਰਾਂ ਦੀ ਜਥੇਬੰਦੀ ਦਾ ਸਟੈਂਡ ਕੀ ਆਇਆ? ਓਹੋ ਉਹ ਲਈ ਛੱਡਣ ਸਟੈਂਡ। ਅਸੀਂ ਸਟੈਂਡ ਤੋਂ ਕਿਸੇ ਨੂੰ ਰੋਕ ਸਕਦੇ ਹਾਂ? WhatsApp ਕੀ ਨਹੀਂ ਰੋਕ ਸਕਦੇ ਸਟੈਂਡ, ਹਰੇਕ ਬੰਦੇ ਲੈਣ ਦਾ। ਗੱਲ ਸੁਣੋ, ਜੇ ਕਿਸੇ ਨੂੰ ਨਹੀਂ ਰੋਕਦੇ ਫਿਰ ਪਿੰਡਾਂ ਵਾਲਿਆਂ ਨੂੰ ਕਿਉਂ ਰੋਕਦੇ ਹੋ ਸਟੈਂਡ ਲੈਣ ਤੋਂ? ਉਹ ਥੋੜੇ ਦਿਨਾਂ ਦੀ ਗੱਲ ਹੈ। WhatsApp ਕਾਲੇ ਕਿਉਂ ਪੈਨੇ? ਨਹੀਂ ਪੈਂਦੇ। ਦੇਖੋ ਕਾਰਨ ਪਤਾ ਕੀ ਹੈ, ਤੁਸੀਂ ਪਹਿਲਾਂ ਤੁਸੀਂ ਦੇਖਦੇ ਹੋ ਵੀ ਰਾਜਨੀਤੀ, ਸਿਆਸਤ, ਵੋਟਾਂ, ਇਹ ਵੋਟਾਂ। ਜੇ ਮੈਂ ਹੁਣ ਲੀਡਰ ਦੇ ਹਿਸਾਬ ਨਾਲ ਕਹਾਂ, ਲੀਡਰ ਨੂੰ ਪਤਾ ਕੀ ਦਾ ਬੱਕਰਾ, ਫਿਰ ਉਹ ਕਹਿੰਦਾ ਯਾਰ ਇਹ ਪੂਰਾ ਬੱਕਰਾ ਤਾਂ ਯਾਰ ਔਖਾ ਹੋ ਜਾਣਾ, ਕਿੱਦਾਂ ਕਰੀ? ਕਹਿੰਦਾ ਲਾਤਾਂ ਵੱਢੋ ਪਹਿਲਾਂ ਇਹਦੀਆਂ। ਓਕੇ ਵੱਢੀਆਂ ਗਈਆਂ, ਇਹਦੀ ਧੌਣ ਲਾਓ। ਓਕੇ
ਹੁਣ ਨਾ ਥੋੜ੍ਹੇ ਹੋਰ ਪੀਸ ਕਰੋ, ਨਿੱਕੇ ਜਦੋਂ ਐ ਜਮਾਂ ਬੱਕਰਾ ਲਿਫਾਫੇ 'ਚ ਪੈਣ ਵਾਲਾ ਹੋ ਜਾਂਦਾ ਨਾ, ਫਿਰ ਸਾਡੇ ਸੈੱਟ ਆਉਂਦਾ। ਸੋ ਅਜੇ ਸ਼ੁਰੂ ਹੋਇਆ ਕੰਮ, ਤੁਸੀਂ ਚਿੰਤਾ ਨਾ ਕਰੋ। ਇਹ ਤੇ ਹੌਲੀ ਹੌਲੀ ਲੱਤਾਂ ਹੀ ਛਾਂਗੀਆਂ ਦੇ ਤੁਸੀਂ ਚੀਕਾਂ ਮਾਰਨ ਲੱਗ ਪਏ ਹੋ, ਇਹ ਕਿਉਂ ਵੰਡਦੇ ਆ, ਉਹ ਕਿਉਂ ਵੰਡਦੇ ਆ। ਅਸੀਂ ਤਾਂ ਜਦੋਂ ਨਿੱਕਾ ਕੀਤਾ ਨਾ, ਐਂ ਲਿਫਾਫੇ 'ਚ ਪਾਇਆ, ਜਦੋਂ 2022 ਤੱਕ ਲੋਕਾਂ ਨੂੰ ਪਤਾ ਲੱਗਣਾ ਵੀ ਬੱਕਰਾ ਲਿਫਾਫੇ 'ਚ ਪੈ ਕੇ ਵਿਕ ਵੀ ਗਿਆ। ਇਦਾਂ ਹੀ ਆ ਮਹਾਰਾਜ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ। ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਨਾ, ਉਦੋਂ ਦੀ 9 ਮਹੀਨੇ ਹੋ ਗਏ ਸਿਰੇ ਦੀ ਕੋਸ਼ਿਸ਼ ਕਰਦੇ। ਮੇਰੀ ਬੇਨਤੀ ਸੁਣ ਲਿਓ, ਮੈਂ ਤੁਹਾਡੀ ਸੁਣੀ ਨਾ ਯਾਰ, ਮੈਂ ਤੇ ਕਹਿਣਾ ਕਰੋ। ਇਹ ਪਾਰਲੀਮੈਂਟ ਨਹੀਂ ਹੈ, ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ। ਉਦੋਂ ਦੇ ਤੁਸੀਂ ਇਹ ਦੇਖੋ ਕਿ ਲਗਾਤਾਰ ਕੋਸ਼ਿਸ਼ਾਂ, ਇਹ ਤਾਂ ਉਹ ਨੇ ਉਹ ਇਕੱਠੇ ਬੈਠੇ ਆ, ਉਸੇ ਤਰੀਕੇ ਬੈਠੇ ਆ। 20 ਸਮੱਸਿਆਵਾਂ ਆਈਆਂ। ਹੁਣ ਤੁਸੀਂ ਦੇਖੋ, ਜਦੋਂ ਲੋਕ ਆਪਣੀ ਗੱਲ ਕਰਦੇ ਆ ਕਿ ਭਾਈ ਆਹ ਚੀਜ਼ਾਂ ਹੈਗੀਆਂ, ਉਦੋਂ ਫਿਰ ਲੋਕਤੰਤਰ ਦਾ ਚੇਤਾ ਆਉਂਦਾ, ਉਦੋਂ ਫਿਰ ਐਥਿਕਸ ਦਾ ਚੇਤਾ ਆਉਂਦਾ, ਨੈਤਿਕਤਾ ਦਾ ਚੇਤਾ ਆਉਂਦਾ, ਸਾਡਾ ਹੱਕ ਆ ਉੱਥੇ ਜਾਣਾ। ਲੋਕ ਜਦੋਂ ਸਵਾਲ ਪੁੱਛਦੇ ਆ ਤਾਂ ਫਿਰ ਕੰਮ ਔਖਾ ਲੱਗਦਾ। ਪਰ ਕੋਈ ਗੱਲ ਨਹੀਂ, ਹਰ ਇੱਕ ਦਾ ਹੱਕ ਹੈ। 2 ਦੀ ਜਗ੍ਹਾ ਦੇ ਉੱਤੇ 10 ਡਿਪਟੀ ਸੀਐਮ ਬਣਾਓ, ਉਧਰ ਕਾਰਜਕਾਰੀ ਪ੍ਰਧਾਨ 2 ਦੀ ਜਗ੍ਹਾ ਦੇ ਉੱਤੇ 10 ਬਣਾਉਣ। ਪਰ ਇੱਕ ਗੱਲ ਪੱਕੀ ਹੈ ਕਿ ਐਤਕੀ ਲੋਕ ਸਵਾਲ ਮੂਹਰੇ ਲੈ ਕੇ ਖੜੇ ਆ। ਤੁਸੀਂ ਹੁਣ ਕਿਹਾ ਸੀ ਕਿ ਲੋਕਾਂ ਨੂੰ ਵੰਡ ਦੇਣਾ, ਬਿਲਕੁਲ ਠੀਕ ਹੈ। ਸਿੰਘੂ ਮੋਰਚੇ ਤੇ ਸਟੇਜ ਲੱਗੀ, ਕਲਾਕਾਰ ਗਏ, ਉਹਨਾਂ ਨੇ ਫੈਸਲਾ ਕਰ ਲਿਆ ਕਿ ਹਫ਼ਤੇ 'ਚ ਇੱਕ ਦਿਨ ਉੱਥੇ ਕਲਾਕਾਰ ਜਾਇਆ ਕਰਨਗੇ, ਇੱਕ ਦਿਨ ਖਿਡਾਰੀ ਜਾਇਆ ਕਰਨਗੇ, ਇੱਕ ਦਿਨ ਬੁੱਧੀਜੀਵੀ ਜਾਇਆ ਕਰਨਗੇ। ਸਾਰੇ ਵੱਖਰੇ ਵੱਖਰੇ ਵੰਡ ਦਿੱਤੇ ਕਿ ਭਾਈ ਉੱਥੇ ਚਹਿਲ ਪਹਿਲ ਪੂਰੀ ਹੋਊ ਮੋਰਚਿਆਂ ਦੇ ਵਿੱਚ। ਉੱਥੇ ਕੀ ਕੀਤਾ ਗਿਆ, ਅਸਲੀ ਲੋਕਤੰਤਰ ਦੀ ਜੇ ਐਗਜ਼ਾਮਪਲ ਦੇਖਣੀ ਹੋਵੇ, ਉਹਨਾਂ ਨੇ ਸਟੇਜ ਦੇ ਉੱਤੇ ਕਲਾਕਾਰ ਵੀ ਬਿਠਾਤੇ, ਕੁਝ ਕਿਸਾਨ ਆਗੂ ਵੀ ਬਿਠਾਤੇ, ਤੇ ਲੋਕਾਂ ਨੂੰ ਕਿਹਾ ਸਵਾਲ ਪੁੱਛੋ। ਸਵਾਲ ਕਾਹਦੇ ਬਾਰੇ? ਕਿ ਪਿੰਡਾਂ ਦੇ ਵਿੱਚ ਜਿਹੜਾ ਇਸ ਵੇਲੇ ਵਿਰੋਧ ਹੋ ਰਿਹਾ, ਜਿਹੜੇ ਬੈਨਰ ਲੱਗ ਰਹੇ ਨੇ, ਕਿਉਂਕਿ ਜ਼ਰੂਰੀ ਨਹੀਂ ਕਿ ਪਿੰਡਾਂ ਵਾਲੇ ਕਿਸਾਨਾਂ ਦੇ ਕਹਤੇ ਚੱਲਦੇ ਆ, ਉਹਨਾਂ ਦੀ ਆਪਣੀ ਵੀ ਰਾਏ ਕੋਈ ਹੋ ਸਕਦੀ ਹੈ। ਹੁਣ ਕਿ ਪਿੰਡਾਂ ਦੇ ਵਿੱਚ ਜਿਹੜਾ ਵਿਰੋਧ ਹੋ ਰਿਹਾ, ਕਿਸਾਨਾਂ ਨੇ ਡੱਕ ਲਏ ਸੀ ਪਿਛਲੇ ਦਿਨੀ, ਕਈ ਲੀਡਰ ਮੁੜ ਕੇ ਪਰਚੇ ਹੋ ਗਿਆ, ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ। ਤੇ ਉੱਥੇ ਫਿਰ ਲੋਕਾਂ ਨੇ ਸਵਾਲ ਕੀਤੇ, ਕਲਾਕਾਰਾਂ ਨੇ ਆਪਦਾ ਪੱਖ ਰੱਖਿਆ। ਉਧਰ ਕਿਸਾਨ ਲੀਡਰਾਂ ਨੇ ਕਿਹਾ ਕਿ ਦੇਖੋ, ਅਸੀਂ ਕਾਲ ਇਹ ਦਿੰਨੇ ਆ ਕਿ ਇਹਨਾਂ ਲੀਡਰਾਂ ਦਾ, ਖਾਸ ਤੌਰ ਤੇ ਬੀਜੇਪੀ ਵਾਲਿਆਂ ਦਾ, ਉਹਨਾਂ ਨੇ ਜ਼ਿਕਰ ਕੀਤਾ, ਰਾਜਿਆਲ ਸਾਹਿਬ ਨੇ ਵੀ, ਵਿਰੋਧ ਕਰੋ, ਕਾਲੇ ਝੰਡੇ ਦਿਖਾਓ, ਨਾਰੇ ਲਾਓ, ਪਰ ਉਹ ਕਹਿੰਦੇ ਅਸੀਂ ਇਹਨਾਂ ਨੂੰ ਕਿਤੇ ਡੱਕਣ ਨੂੰ ਨਹੀਂ ਕਹਿੰਦੇ ਕਿ ਭਾਈ ਕੋਈ ਉੱਦਾਂ ਦੀ ਝਗੜਾ ਨਾ ਪੈਦਾ ਹੋਵੇ। ਉਹਨਾਂ ਨੇ ਸਾਫ਼ ਕਿਹਾ ਕਿ ਪੰਜਾਬ ਦੇ ਲੋਕੋ ਥੋੜ੍ਹਾ ਜਿਹਾ ਹੁਸ਼ਿਆਰ ਰਹੋ, ਚੇਤਨ ਹੋ ਜਾਓ, ਇਹਨਾਂ ਨੇ ਤੁਹਾਨੂੰ ਆਪਸ 'ਚ ਲੜਾਉਣਾ ਹੈ। ਵੋਟਾਂ ਮੂਹਰੇ ਆ ਗਈਆਂ, ਤੁਸੀਂ ਕੁਝ ਵੀ ਹੋ ਜਾਏ ਆਪਣਾ ਭਾਈਚਾਰਾ ਨਹੀਂ ਛੱਡਣਾ। ਇਹਨਾਂ ਨੇ ਤੁਹਾਨੂੰ ਵੋਟਾਂ ਵਾਲੇ ਕੰਮ ਦੇ ਵਿੱਚ ਉਲਝਾ ਕੇ ਲੜਾਉਣ ਦੀ ਕੋਸ਼ਿਸ਼ ਕਰਨੀ ਆ। ਜਦੋਂ ਹੁਣ ਦਿੱਲੀ ਵਾਲੀ ਸਟੇਜ ਤੋਂ ਸਿੱਧਾ ਹੀ ਸੁਨੇਹਾ ਆਇਆ, ਇਹ ਪਤਾ ਕਿੱਦਾਂ ਹੋਣਾ? ਉਹ ਕਈ ਹੁੰਦੇ ਨੇ ਵਾਟਰ ਪਾਰਕ ਜਿਹਾ, ਬੰਦਾ ਉੱਪਰੋਂ ਪਾਣੀ ਦੇ ਨਾਲ ਤਿਲਕਦਾ ਹੀ ਆਉਂਦਾ, ਥੱਲੇ ਨੂੰ ਸਿੱਧਾ ਸੁਨੇਹਾ ਇਦਾਂ ਆ ਰਿਹਾ ਪਿੰਡਾਂ ਨੂੰ। ਚਲੋ ਆ ਜੇ, ਵਧੀਆ ਗੱਲ, ਜੇ ਇਦਾਂ ਹੋ ਜੇ ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਬੜੀ ਖੁਸ਼ੀ ਹੋਊਗੀ $5 ਦੀ ਸ਼ਰਤ ਹਾਰ ਕੇ, ਪਰ ਮੈਨੂੰ ਮਾਣ ਹੈ ਮੇਰੇ ਪੰਜਾਬੀਆਂ ਤੇ। ਯਾਰ ਇਦਾਂ ਥੋੜਾ ਮੇਰੀ ਪਿੱਠ ਲੱਗਣ ਦੇਣਗੇ, ਕਮਾਲ ਕਰਦੇ ਹੋ ਤੁਸੀਂ। ਅਸੀਂ ਹੁਣ ਇਕੱਠੇ ਹੋ ਜਾਈਏ, ਆ ਜਾਓ। ਇਦਾਂ ਕਿੱਦਾਂ ਨਹੀਂ ਹੁਣ ਦਿੰਦੇ ਇਸ ਕਰਕੇ ਤੁਸੀਂ ਪਰਵਾਹ ਨਾ ਕਰੋ, ਚਿੰਤਾ ਨਾ ਕਰੋ। ਬੰਦੇ ਅਜੇ ਹੋਰ ਹੈਗੇ ਸਾਡੇ ਕੋਲ, ਅੱਛਾ, ਉਹ ਬੰਦੇ ਨਿਕਲ ਆਉਣੇ ਥੋੜੇ ਦਿਨਾਂ ਤੱਕ। ਫਿਰ ਇੱਕ ਅੱਧਾ ਵਾਇਰਲ ਜਿਹਾ ਬਿਆਨ ਆਊ, ਇਦਾਂ ਕਿੱਦਾਂ ਸਾਡਾ ਇਹ ਪੰਜਾਬ, ਉਹ ਦੂਜੇ ਨੇ ਲੈ ਤੁਹਾਡਾ ਕਿੱਦਾਂ ਹੋ ਗਿਆ, ਪੰਜਾਬ ਤੇ ਸ਼ੁਰੂ ਤੋਂ ਹੀ ਸਾਡਾ ਹੈ। 5-4 ਦਿਨ ਰੌਲਾ ਰੱਪਾ ਪੈਣਾ, ਫਿਰ ਇੱਕ ਅੱਧੇ ਪੁਲ ਤੇ ਟਾਈਮ ਵੀ ਪਾਵਾਂਗੇ ਆਪਾਂ, ਫਿਰ ਲੋਕਾਂ ਦਾ ਧਿਆਨ ਥੋੜਾ ਜਿਹਾ ਉਸ ਪਾਸੇ, ਉਹ ਤੇਰਾ ਭਲਾ ਇਹ ਫਲਾਨਾ ਫਸ ਪਿਆ, ਢੀਂਗੜਾ ਫਸ ਪਿਆ, ਅੱਛਾ ਇੱਧਰ ਚੱਲ ਪਿਆ ਕੰਮ, ਆਪੇ ਗੱਲ ਆਈ ਗਈ ਹੋ ਜਾਣੀ। ਕਿਹੜੀ ਗੱਲ ਕਰਨੀ WhatsApp? ਮੈਨੂੰ ਇਹ ਗੱਲ ਲੱਗਦੀ, ਪਰ ਵੈਸੇ ਇੱਕ ਦੇਖੋ, ਤੁਹਾਡੀ ਜਿਹੜੀ ਗੱਲ ਹੈ ਨਾ, ਤੁਹਾਡੀ ਗੱਲ ਦੀ ਮੈਂ ਵੈਸੇ ਇੱਕ ਗੱਲੋਂ ਮਤਲਬ ਮੰਨਣੀ ਵੀ ਪੈਣੀ ਮੈਨੂੰ, ਵੀ ਅਸਰ ਤਾਂ ਹੁੰਦਾ ਸਾਡੇ ਤੇ। ਹੁਣ ਮੈਂ ਤੇ ਇਸ ਗੱਲੋਂ ਹੈਰਾਨ ਆ ਵੀ ਸਾਡੇ ਚੋਂ ਅਨਿਲ ਵਿਜ ਆਓ, ਹਰਿਆਣੇ ਵਾਲਾ ਗ੍ਰਹਿ ਮੰਤਰੀ, ਉਹ ਵੀ ਰੌਲਾ ਪੰਜਾਬ ਦਾ, ਵੀਰ ਤੂੰ ਕਿਉਂ ਘੜੀ ਮੁੜੀ ਬਿਆਨ ਦਿੰਦਾ? ਕੱਲ ਸਿੱਧੂ ਸਾਹਿਬ ਬਾਰੇ ਬਿਆਨ ਦਿੱਤਾ, ਉਹ ਤੂੰ ਆਪਣੀ ਪਾਰਟੀ ਬਣਾ ਲਾ ਯਾਰ, ਤੂੰ ਦੂਜੀਆਂ ਪਾਰਟੀਆਂ ਖਰਾਬ ਨਾ ਕਰ। ਹੁਣ ਕਹਿੰਦਾ ਇਹ ਚੜੂਨੀ ਸਾਹਿਬ ਇਹ ਕੇਜਰੀਵਾਲ ਬਣਨ ਨੂੰ ਫਿਰਦੇ ਹਰਿਆਣੇ ਦੇ। ਉਹ ਪਤਾ ਕੀ ਗੱਲ ਆ, ਉਹ ਕਈ ਵਾਰੀ ਤੇ ਇਦਾਂ ਹੁੰਦਾ ਕਿ ਠੀਕ ਹੈ, ਪਿਛਲੇ ਵਾਰੀ ਚੜੂਨੀ ਸਾਹਿਬ ਨੂੰ ਖੜੇ ਸੀ ਇਲੈਕਸ਼ਨ 'ਚ, ਵੋਟਾਂ ਬਾਟਾਂ ਨਹੀਂ ਪਈਆਂ, ਪਰ ਐਤਕੀ ਕਿਉਂਕਿ ਮਾਹੌਲ ਜਿਹਾ ਬਣਿਆ ਆ, ਉਹ ਉਹਨਾਂ ਨੂੰ ਐਂ ਲੱਗਦਾ ਕਿ ਜੇ ਅੱਜ ਗੁਰਨਾਮ ਸਿੰਘ ਚੜੂਨੀ ਪੰਜਾਬ ਦੇ ਵਿੱਚ ਜਾਂਦੇ ਨੇ, ਪੰਜਾਬ 'ਚ ਜਾ ਕੇ ਕਹਿੰਦੇ ਲੋਕੋ ਵੋਟਾਂ 'ਚ ਖੜੇ ਹੋਵੋ, ਪੁਰਾਣਿਆਂ ਤੋਂ ਕੀ ਲੈਣਾ, ਹੋਰ 2-2.5-3 ਸਾਲਾਂ ਨੂੰ ਹਰਿਆਣੇ 'ਚ ਵੋਟਾਂ, ਅਜੇ ਤੇ ਇਹਨਾਂ ਨੂੰ ਟਾਈਮ ਪੰਜਾਬ 'ਚ ਥੋੜਾ ਮਿਲਿਆ, ਕਿਤੇ ਹਰਿਆਣੇ 'ਚ ਉਹੀ ਗੱਲ ਨਾ ਹੋਵੇ। ਇਹ ਤਾਂ ਗੱਲ ਥੋੜੀ ਠੀਕ ਹੈ ਕਿ ਚੜੂਨੀ ਸਾਹਿਬ ਤੋਂ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੈ, ਪਰ ਹੋ ਸਕਦਾ ਉਹਨਾਂ ਨੂੰ ਬੀਬੀ ਸ਼ੀਲਾ ਦੀਕਸ਼ਤ ਵੀ ਕਿਤੇ ਨਾ ਕਿਤੇ ਚੇਤੇ ਆਉਂਦੇ ਹੁਣ ਕਿ ਭਾਈ ਉਹ ਵੀ ਇਹ ਕਹਿੰਦੇ ਐਸੇ ਕੁਛ ਨਹੀਂ होता, ऐसे बहुत सी पार्टियां बनती रहती हैं, वो जो पुरानी पार्टियां होती हैं लोग उनको ही वोट देते हैं। पता उदों ही लगा ਜਦੋਂ ਉਹਨਾਂ ਦੇ ਆਪਦੇ ਹਲਕੇ 'ਚੋਂ ਆ ਕੇ ਅਰਵਿੰਦ ਕੇਜਰੀਵਾਲ ਨੇ ਕੰਮ ਹੀ ਖਰਾਬ ਕਰ ਦਿੱਤਾ ਸੀ। ਹੁਣ ਜਿਸ ਤਰੀਕੇ ਵਿਜ ਸਾਹਿਬ ਨੇ ਕਿਹਾ ਕਿ ਬਹੁਤ ਧਿਆਨ ਦੇਣ ਵਾਲੀ ਗੱਲ ਹੈ, ਵਿਜ ਸਾਹਿਬ ਦੇ ਬਿਆਨ 3 ਟੋਟਿਆਂ 'ਚ ਨੇ। ਇੱਕ ਤਾਂ ਉਹਨਾਂ ਨੇ ਕਿਹਾ ਕਿ ਭਾਈ ਚੜੂਨੀ ਸਾਹਿਬ ਜਿਹੜੇ ਨੇ ਜਿਵੇਂ ਦਿੱਲੀ 'ਚ ਕੇਜਰੀਵਾਲ ਸੀ ਉਸੇ ਤਰੀਕੇ ਹਰਿਆਣੇ ਦੇ ਕੇਜਰੀਵਾਲ ਬਣਨਾ ਚਾਹੁੰਦੇ ਆ, ਜਾਣੀ ਕਿ ਉਹ ਵੀ ਅੰਦੋਲਨ 'ਚੋਂ ਨਿਕਲ ਕੇ ਮੁੱਖ ਮੰਤਰੀ ਬਣ ਗਿਆ ਸੀ, ਇਹਨਾਂ ਨੂੰ ਵੀ ਲੱਗਦਾ ਚੜੂਨੀ ਸਾਹਿਬ ਨੂੰ ਕਿ ਮੈਂ ਅੰਦੋਲਨ 'ਚੋਂ ਨਿਕਲ ਕੇ ਹਰਿਆਣੇ ਦਾ ਮੁੱਖ ਮੰਤਰੀ ਬਣ ਜਾਂ। ਦੂਸਰਾ ਉਹ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ
ਕਿ ਇਹ ਬੰਦੇ ਅੰਦੋਲਨ ਕਰਨ ਨਹੀਂ ਆਏ, ਇਹ ਰਾਜਨੀਤੀ ਕਰਨ ਆਏ ਆ, ਇਹ ਸਿਰਫ ਕਿਸਾਨਾਂ ਦਾ ਸਹਾਰਾ ਲੈਂਦੇ ਆ। ਤੀਸਰੀ ਗੱਲ ਉਹ ਕਹਿੰਦੇ ਇਹ ਵੀ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿੱਦਣ ਤੁਸੀਂ ਰਾਜਨੀਤੀ ਵਾਲੇ ਪਾਸੇ ਨੂੰ ਆ ਗਏ, ਲੋਕਾਂ ਨੂੰ ਪਤਾ ਲੱਗ ਜਾਣਾ ਕਿ ਭਾਈ ਤੁਸੀਂ ਕੇਵਲ ਤੇ ਕੇਵਲ ਲੋਕਾਂ ਨੂੰ ਦਿੱਲੀ ਦੇ ਕੰਢੇ ਤੇ ਲਿਜਾ ਕੇ ਤੰਗ ਕੀਤਾ, ਪਰੇਸ਼ਾਨ ਕੀਤਾ, ਤੁਹਾਡਾ ਅੰਦਰੂਨੀ ਮੰਤਵ ਕੋਈ ਹੋਰ ਸੀ। ਆਪਾਂ ਰੋਜ਼ ਰੌਲਾ ਪਾਉਂਦੇ ਸੀ ਕਿ ਭਾਈ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇੱਛਾ ਹੈ ਕਿ ਕਿਸਾਨ ਆਪਣੀ ਪਾਰਟੀ ਬਣਾਉਣ, ਪਰ ਜਿੱਦਣ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਇਲੈਕਸ਼ਨ 'ਚ ਹਿੱਸਾ ਲੈਣਾ, ਅੱਜ ਤਾਂ ਵਿਜ ਸਾਹਿਬ ਬੋਲੇ ਆ ਨਾ, ਪੰਜਾਬ ਦੇ ਵਿੱਚ 400-500 ਅਨਿਲ ਵਿਜ ਵਰਗੇ ਲੀਡਰ ਨੇ ਵੱਖ-ਵੱਖ ਪਾਰਟੀਆਂ ਦੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਕਿਸਾਨ ਮੈਦਾਨ 'ਚ ਆ ਕੇ ਸਾਡਾ ਔਖਾ ਹੋ ਜੂ, ਸਾਰਿਆਂ ਨੇ ਬੋਲਣਾ ਹੈ। ਨਹੀਂ, ਪਰ ਵੈਸੇ ਕੁਦਰਤੀ ਮੈਂ ਸੋਚਦਾ, ਮੰਨ ਲਓ ਅਨਿਲ ਵਿਜ ਸਾਹਿਬ ਆ ਜਾਂ ABC ਕੋਈ ਵੀ ਲੀਡਰ ਹੈ, ਕੱਲ ਨੂੰ ਵੀ ਬਿਆਨ ਦੇਣਗੇ, ਮੈਂ ਕਈ ਵਾਰ ਸੋਚਦਾ ਵੀ ਜੇ ਮੰਨ ਲਓ ਵੀ ਅਨਿਲ ਵਿਜ ਸਾਹਿਬ ਲੀਡਰ ਨੇ ਜਾਂ ਕੋਈ ਵੀ ABC ਪੋਲੀਟੀਕਲ ਲੀਡਰ ਹੈ, ਉਹ ਲਿਖਾ ਕੇ ਲੈ, ਉਹ ਧਰੋਂ ਦਰਗਾਹੋਂ ਲਿਖਾਇਆ ਉਹਨੇ ਵੀ ਤੂੰ ਰਾਜਨੀਤੀ ਹੀ ਕਰਨੀ ਹੈ ਭਾਈ ਸਾਹਿਬ, ਪੇਟੈਂਟ ਕਰਾ ਲਈ ਸੀ ਆ ਵੀ ਫਲਾਨਾ ਬੰਦਾ ਰਾਜਨੀਤੀ ਨਹੀਂ ਕਰ ਸਕਦਾ। ਜਦੋਂ ਦੇਸ਼ ਦਾ ਸੰਵਿਧਾਨ ਆ ਉਹ ਸਾਰਿਆਂ ਨੂੰ ਬਰਾਬਰ ਹੱਕ ਦਿੰਦਾ ਵੀ ਭਾਈ ਜਿਹੜਾ ਵੀ ਬੰਦਾ ਉਹ ਆਓ, ਤੁਸੀਂ ਅਖਾੜੇ 'ਚ ਆਓ, ਐਂਡ ਜੇ ਤੁਹਾਨੂੰ ਲੱਗਦਾ ਵੀ ਆਹ ਜਿਹੜਾ ਬੰਦਾ ਇਹ ਠੀਕ ਕੰਮ ਨਹੀਂ ਕਰਦਾ, ਤੁਹਾਡੇ 'ਚ ਕਾਬਲੀਅਤ ਹੈ, ਤੁਸੀਂ ਲੋਕਾਂ ਦੇ ਵਿੱਚੋਂ ਫਤਵਾ ਲਓ। ਜੇ ਲੋਕ ਤੁਹਾਡੇ ਮਗਰ ਆ, ਲੋਕ ਤੁਹਾਨੂੰ ਜਿਤਾਉਂਦੇ, ਤੁਸੀਂ ਜਾਓ। ਹੁਣ ਗੱਲ ਤੇ ਇਹੀ ਹੈ ਨਾ ਵੀ ਲੀਡਰ ਅੱਜ ਬਿਆਨ ਤਾਂ ਦਿੰਦੇ ਕਿਉਂਕਿ ਹਰਾ ਪੈਨ ਉਹਨਾਂ ਦੀ ਜੇਬ ਤੇ ਲੱਗਾ, ਉਹ ਜੋ ਲਿਖ ਦੇਣਗੇ ਉਹ ਸੱਚ ਹੈ। ਤੇ ਜੇ ਕੱਲ ਨੂੰ ਲੋਕਾਂ 'ਚੋਂ ਉੱਠ ਕੇ ਲੋਕਾਂ ਦੇ ਲੀਡਰ ਉੱਤੇ ਜਾ ਕੇ ਬਹਿ ਕੇ ਆਪਣੇ ਹਿਸਾਬ ਨਾਲ ਪਾਲਿਸੀਆਂ ਉਹ ਬਣਾ ਲੈਣ ਜਿਹੜਾ ਉਹਨਾਂ ਨੂੰ ਤੇ ਪਲੱਸ ਜਿਹੜੇ ਆਮ ਲੋਕ ਨੇ ਉਹਨਾਂ ਦਾ ਭਲਾ ਕਰ ਦੇਣ, ਫਾਇਦਾ ਕਰ ਦੇਣ, ਤੇ ਫਿਰ ਲੋਕਾਂ ਨੂੰ ਅਰਜੀ ਕਿ ਦਿੱਲੀ 'ਚ ਵੇਖਣੀ ਡੇ ਅਗਲੇ। ਨਹੀਂ, ਵਿਜ ਸਾਹਿਬ ਨੂੰ ਵੀ ਚੰਗੀ ਤਰ੍ਹਾਂ ਪਤਾ ਹੋਣਾ, ਮੇਰਾ ਖਿਆਲ ਆ ਕਿ 7-8 ਸਾਲ ਪਹਿਲਾਂ ਤੱਕ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਹਰਿਆਣਾ 'ਚ ਕਦੇ ਭਾਜਪਾ ਦੀ ਸਰਕਾਰ ਬਣੂਗੀ। ਉਦੋਂ ਤਾਂ ਹਰਿਆਣਾ ਜਨਹਿਤ ਕਾਂਗਰਸ ਦੇ ਨਾਲ ਸਮਝੌਤਾ ਹੁੰਦਾ ਸੀ, 45-45 ਸੀਟਾਂ ਲੜਦੇ ਹੁੰਦੇ ਸੀ, ਅੱਧੀਆਂ ਉਹ ਤੇ ਅੱਧੀਆਂ ਉਹ ਵੱਖਰੀ ਗੱਲ ਹੈ ਕਿ ਉਹਨਾਂ ਦਾ ਭੋਗ ਹੀ ਪਾਤਾ ਤੇ ਮੁੜ ਕੇ ਆਪ ਉੱਪਰ ਨੂੰ ਆ ਗਏ। ਪਰ 8 ਸਾਲ ਪਹਿਲਾਂ ਤੱਕ ਨਹੀਂ ਸੀ ਕਿਸੇ ਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਹਰਿਆਣੇ 'ਚ ਕਦੇ ਆਪਣੇ ਬਲਬੂਤੇ ਰਾਜ ਵੀ ਕਰ ਲਊ। ਵੈਸੇ ਵਿਜ ਸਾਹਿਬ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੋਣਾ, ਵਿਜ ਸਾਹਿਬ ਨੂੰ ਲੱਗਦਾ ਸੀ ਕਿ ਮੈਂ ਤਾਂ ਮੁੱਖ ਮੰਤਰੀ ਪੱਕਾ ਹੀ 8 ਸਾਲ ਪਹਿਲਾਂ ਕਿ ਜੇ BJP ਜਿੱਤ ਗਈ, ਪਰ ਇਹ ਥੋੜੀ ਪਤਾ ਸੀ ਕਿ ਮਨੋਹਰ ਲਾਲ ਖੱਟਰ ਹੋਰਾਂ ਨੂੰ ਐਵੇਂ ਨਹੀਂ ਟਿਕਟ ਦਿੱਤੀ, ਕਿਸੇ ਗੱਲੋਂ ਹੀ ਦਿੱਤੀ ਸੀ ਅਗਲੇ ਨੇ। ਹੁਣ ਦੇਖੋ, ਮਤਲਬ ਇਹ ਵੀ ਤੇ ਸੋਚਣ ਵਾਲੀ ਗੱਲ ਹੈ, ਹੋ ਸਕਦਾ ਵੀ ਕਿਤੇ ਬਿਆਨ ਦਿੰਦੇ ਆ ਚੜੂਨੀ ਸਾਹਿਬ ਦਾ ਦਿਮਾਗ 'ਚ ਉਹਨਾਂ ਦੇ ਖੱਟਰ ਸਾਹਿਬ ਹੀ ਹੋਣ ਯਾਰ ਕੁਛ ਪਤਾ ਨਹੀਂ ਹੁੰਦਾ, ਮਤਲਬ ਜਿੱਦਾਂ ਉਹ ਨਿੱਕੇ ਜਿਹੇ ਨਿਆਣੇ ਨੂੰ ਨਹੀਂ ਕਹਿੰਦੇ ਹੁੰਦੇ ਵੀ ਮਾੜਾ ਜਿਹਾ ਧਿਆਨ ਇੱਧਰ ਆਇਆ ਤੇ ਅੱਗੋਂ ਚੀਜ਼ ਚੁੱਕਿਆ ਕੋਕੋ ਲੈ ਗਈ, ਕੋਕੋ ਲੈ ਗਈ ਹੈ ਨਾ, ਵੀ ਉਹ ਜਿੱਦਾਂ ਖੱਟਰ ਸਾਹਿਬ ਨੇ ਕੁਰਸੀ ਮਾਰ ਲਈ ਉਦੋਂ ਵੀ ਹੁਣ ਵੀ ਯਾਰ ਪਤਾ ਕੋਈ ਨਹੀਂ, ਯਾਰ ਇਹ ਪਤਾ ਨਹੀਂ ਕਿਹੜੇ ਸੀਗੇ, ਉਹ ਕਿਹੜੇ ਨਹੀਂ ਸੀਗੇ, ਇਹ ਲੈ ਗਏ, ਇਹ ਲੈ ਗਏ। ਹਾਂ, ਨਹੀਂ ਮੁਸ਼ਕਿਲ ਹੋ ਜਾਣੀ ਹੈ। ਬਾਕੀ 17 ਤਰੀਕ ਨੂੰ ਪੰਜਾਬ ਦੇ ਮੈਂਬਰ ਪਾਰਲੀਮੈਂਟ ਘਰੇ ਰਹਿਣ ਜੀ, ਜਿੰਨੇ ਵੀ ਹੈਗੇ ਰਾਜ ਸਭਾ ਦੇ, ਲੋਕ ਸਭਾ ਦੇ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਜਿਹੜਾ ਵੋਟਰ ਵਿਪ ਹੈ, ਪੀਪਲ ਵਿਪ ਹੈ, ਦੋਨਾਂ ਜਿਹੜੀ ਮਰਜ਼ੀ ਚੀਜ਼ ਕਹਿ ਲਈਏ, ਕਿ ਉਹ ਅਸੀਂ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਜਾ ਕੇ ਦੇਣਾ ਤੇ ਉਹਨਾਂ ਨੂੰ ਬੇਨਤੀਆਂ ਇਹੀ ਕਰਨੀਆਂ ਕਿ ਲੋਕ ਸਭਾ ਰਾਜ ਸਭਾ ਦਾ ਸੈਸ਼ਨ ਸ਼ੁਰੂ ਹੋਣ ਲੱਗਾ, ਪਹਿਲੇ ਦਿਨ ਤੋਂ ਆਖਰੀ ਦਿਨ ਤੱਕ ਵੇਲੇ ਸਿਰ ਜਾਣਾ ਹੈ, ਘੰਟੀ ਵੱਜਣ ਤੋਂ ਪਹਿਲਾਂ ਪਹੁੰਚਣਾ ਹੀ, ਕਿਸਾਨਾਂ ਦੇ ਮੁੱਦਿਆਂ ਦੀ ਫਾਈਲ ਲੈ ਕੇ ਜਾਣੀ ਹੈ। ਪਾਰਲੀਮੈਂਟ ਕਿਸੇ ਹੋਰ ਮੁੱਦੇ ਤੇ ਚੱਲਣ ਨਹੀਂ ਦੇਣੀ, ਪਹਿਲਾਂ ਕਿਸਾਨਾਂ ਦੇ ਮੁੱਦੇ ਤੇ ਗੱਲ ਹੋਣੀ ਚਾਹੀਦੀ ਹੈ। ਬਾਈਕਾਟ ਕਰਕੇ ਬਾਹਰ ਨਹੀਂ ਆਉਣਾ, ਜੇ ਉਹ ਤੁਹਾਨੂੰ ਕੱਢਦੇ, ਜੇ ਹੋਰ ਕੁਝ ਕੰਮ ਕਰਦੇ ਆ ਰੌਲਾ ਪਾਉਣਾ ਹੀ, ਹੋਰ ਕੰਮ ਨਹੀਂ ਚੱਲਣ ਦੇਣਾ। ਤੇ ਜੇ ਤੁਹਾਨੂੰ ਬਾਹਰ ਕੱਢਦੇ ਆ, ਅੱਧੇ ਘੰਟੇ ਲਈ ਕੱਢਦੇ ਆ, ਤੇ 31ਵੇਂ ਮਿੰਟ ਅੰਦਰ ਹੋਣੇ ਚਾਹੀਦੇ ਆ। ਇਹ ਨਹੀਂ ਕਿ ਅੱਧੇ ਘੰਟੇ ਲਈ ਬਾਹਰ ਕੱਢਿਆ, ਚਲੋ ਯਾਰ ਘਰ ਨੂੰ ਚੱਲਦੇ ਆ, ਗਰਮੀ ਬਹੁਤ ਹੈ, ਫਲੂਦਾ ਕੁਲਫੀ ਖਾਣੇ ਜਾ ਕੇ, ਇਦਾਂ ਨਹੀਂ। ਉਹ ਕਹਿੰਦੇ ਗੱਲ ਉੱਥੇ ਕਿਸਾਨਾਂ ਦੀ ਕਰਨੀ ਪੈਣੀ ਹੈ, ਨਹੀਂ ਤਾਂ ਜਿੱਦਾਂ ਅਸੀਂ ਉਹਨਾਂ ਨਾਲ ਕਰ ਥੋੜੇ ਨਾਲ ਕਰਾਂਗੇ। ਨਹੀਂ ਹੋਣਾ, ਉਹਦਾ ਤੇ ਅਸਰ ਹੋ ਲੱਗ ਪਿਆ। ਦੇਖੋ ਭਗਵੰਤ ਮਾਨ ਸਾਹਿਬ ਦਾ ਬਿਆਨ ਆਇਆ, ਉਹ ਕਹਿੰਦੇ ਵੀ ਮੇਰੀ ਤੇ ਤਿਆਰੀ, ਮੈਂ ਤੇ ਜਮਾ, ਇਹ ਉਦਾਂ ਹੀ ਹੈ ਜਿੱਦਾਂ ਮਤਲਬ ਨਾ ਹੁਣ ਜਦੋਂ ਇੱਧਰੋਂ ਬਿਆਨ ਆਇਆ, ਇੱਕ ਹੁੰਦਾ ਨਾ ਵੀ ਭਾਈ ਸਾਹਿਬ ਤੁਸੀਂ ਤਿਆਰੀ ਰੱਖਿਓ, ਤੇ ਇੱਕ ਤਿਆਰੀ ਹੁੰਦੀ ਹੈ ਵੀ ਚੱਲ ਕੋਈ ਨਹੀਂ ਕੱਪੜਾ ਕੁਪੜਾ ਮਾਰ ਛੱਡ, ਜਦੋਂ ਇਸ਼ਾਰਾ ਆਇਆ ਸੈਲਫ ਮਾਰ ਲਾਂਗੇ। ਉਹ ਸੈਲਫ ਵਾਲਾ ਕੰਮ ਪਹਿਲਾਂ ਕਰਦੇ ਸੀ ਲੀਡਰ, ਹੁਣ ਤੇ ਕੱਪੜਾ ਕੁਪੜਾ ਮਾਰ ਕੇ, ਸੈਲਫ ਮਾਰ ਕੇ ਛੱਡ ਕੇ ਗੱਡੀ ਸਟਾਰਟ ਗਏ, ਗੇਅਰ ਪਾ ਕੇ ਕਲੱਚ ਨੱਪੀ ਖੜਿਆ, ਬਸ ਤੁਸੀਂ ਆਵਾਜ਼ ਦਿਓ ਜੀ ਕਲੱਚ ਹੀ ਛੱਡਣਾ ਵਾ, ਆਪਾਂ ਤੁਰ ਪਏ ਨਾਲ, ਪੈਰ ਥੱਲੇ ਇੱਟ ਪਹਿਲੇ ਕਢਾ ਲੈਂਦੇ ਆ। ਸੰਧਾ ਵਾਲੀ ਫਰਕ ਪਤਾ ਕੀ ਆ, ਅੱਗੇ ਲੀਡਰ ਪਾਰਲੀਮੈਂਟ ਦੇ ਵਿੱਚ ਬਿਲਕੁਲ ਉਦਾਂ ਹੀ ਜਾਂਦੇ ਸੀ ਜਿੱਦਾਂ ਸ਼ਰਧਾਂਜਲੀ ਭੇਂਟ ਕਰਨ ਜਾਣਾ ਤੇ ਉੱਥੇ ਜਾ ਕੇ ਬਹਿ ਜਾਣਾ, ਤੇ ਜਦੋਂ ਉੱਠਣ ਲੱਗਣਾ ਉਹਨੂੰ ਕਹਿਣਾ ਜੀ ਹੁਣ MP ਸਾਹਿਬ ਸ਼ਰਧਾਂਜਲੀ ਭੇਂਟ ਕਰਨਗੇ, ਉੱਠਣ ਲੱਗੇ ਉਹਨਾਂ ਬੀਬੀ ਦਾ ਨਾਂ ਕੀ ਸੀ ਜਿਹਦੀ ਮੌਤ ਹੋਈ ਹੈ। ਹੁਣ ਇਦਾਂ ਨਹੀਂ, ਹੁਣ ਉਹ ਕਹਿੰਦੇ ਪਹਿਲਾਂ ਦੱਸ ਦਿਓ ਬੀਬੀ ਫਲਾਣੇ ਕੌਰ ਜੀ, ਉਹਨਾਂ ਦੇ ਇੰਨੇ ਬੇਟੇ, ਬੀਬੀ ਜੀ ਦਾ ਪੇਕੇ ਪਿੰਡ ਕਿਹੜਾ, ਬੀਬੀ ਦੀਆਂ ਭਤੀਜੀਆਂ ਕਿੱਥੇ ਨੇ, ਤੇ ਬੀਬੀ ਜੀ ਨੂੰ ਕਿਹੜਾ ਫਲ ਬਹੁਤ ਵਧੀਆ ਲੱਗਦਾ ਸੀ, ਕਿਹੜੀ ਸਬਜ਼ੀ ਬੀਬੀ ਬਿਲਕੁਲ ਨਹੀਂ ਸੀ ਖਾਂਦੀ, ਕੱਪੜਾ ਕਿਹੜੇ ਰੰਗ ਦਾ ਪਸੰਦ ਸੀ, ਤੇ ਬੀਬੀ ਦਾ ਸੁਭਾਅ ਕਿੱਦਾਂ ਦਾ ਸੀ, ਸਾਰੀਆਂ ਗੱਲਾਂ ਪਹਿਲਾਂ ਰੱਟ ਕੇ ਕਿ ਭਾਈ ਐਸੀ ਸ਼ਰਧਾਂਜਲੀ ਭੇਂਟ ਕਰਨੀ ਆ, ਜੇ ਬੀਬੀ ਹੁੰਦੀ ਉੱਠ ਕੇ ਖੜੀ ਹੋ ਜਾਣੀ। ਹਾਏ ਵੇ ਮੇਰਾ ਤੇ ਦੋਰੇ ਜੀਣ ਨੂੰ ਜੀ ਕਰ ਆਇਆ ਯਾਰ। ਹੋਰ ਦੇਖੋ ਭਗਵੰਤ ਮਾਨ ਸਾਹਿਬ ਦਾ ਹੈਗਾ ਹੀ ਆ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ 2 ਡਿਪਟੀ ਮੁੱਖ ਮੰਤਰੀ ਦੀ ਗੱਲ ਕੀਤੀ ਹੈ, ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਕੰਮ ਰੋਕੂ ਮਤਾ ਲੈ ਕੇ ਆਉਣਾ ਹੈ, ਤੇ ਨਾਲ ਇਹ ਵੀ ਕਹਿ ਦਿੱਤਾ ਕਿ ਸਾਡਾ ਸਿਰ ਭਾਵੇਂ ਵੱਢ ਹੋ ਜਾਏ, ਪਰ ਜੇ ਸਾਡੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਅਸੀਂ 3 ਖੇਤੀ ਕਾਨੂੰਨ
ਭੋਰਾ ਨੀ ਲੱਗਣ ਦਿੰਦੇ। ਨਹੀਂ ਇਹ ਤਾਂ ਹੈ, ਇਹਨੂੰ ਗੱਲੋਂ ਇਹ ਕੰਮ ਵਧੀਆ ਰੱਖਿਆ ਪ੍ਰਧਾਨ ਜੀ ਨੇ। ਉਹ ਗੱਲ ਕੁਰਬਾਨੀ ਤੋਂ ਸ਼ੁਰੂ ਕਰਦੇ ਆ ਹੈ ਨਾ, ਬੜੇ ਚਿਰ ਤੋਂ ਕੁਰਬਾਨੀ ਵਾਲਾ ਕੰਮ ਉਹਨਾਂ ਰੱਖਿਆ। ਹੁਣ ਇੱਕ ਕੁਰਬਾਨੀ ਤੋਂ ਅਸਤੀਸ਼ ਵਾਲੀ ਕਰਤੀ, ਹੁਣ ਦੇਖੋ ਇੱਧਰ ਵੀ ਕੀ ਕਰਦੇ ਆ ਜੀ। ਪਰ ਮੈਂ ਇੱਕ ਗੱਲ ਵੈਸੇ ਸੋਚਦਾ ਸੀ ਵੀ ਪਹਿਲਾਂ ਤੇ ਚਲੋ ਬੀਜੇਪੀ ਨਾਲ ਹੁੰਦਾ ਸਮਝੌਤਾ, ਉਧਰ ਤੇ ਗੱਲ ਹੋ ਜਾਂਦੀ ਸੀ। ਹੁਣ ਉਧਰ ਲਖਨਊ ਗੱਲ ਕਰ ਲਈ ਮਾਇਆਵਤੀ ਜੀ ਨਾਲ ਕਿ ਨਹੀਂ, ਪਤਾ ਲੱਗੇ ਇੱਧਰੋਂ ਇਹ ਕਹਿਣ ਵੀ ਆਪਾਂ ਫਿਰ ਤਿਆਰੀ ਹੈ ਜੀ, ਤਿਆਰੀ ਹੈ, ਫਿਰ ਕਹਿ ਦੇਣਾ ਉੱਥੇ ਜਾ ਕਹਿ ਦੇਣਾ, ਉੱਥੇ ਜਾ ਕੇ ਆਖੜੇ ਵੀ ਉਹ ਆਪਾਂ जी कोई प्रेस कॉन्फ्रेंस करके हैं, मुझे तो नहीं पता कुछ भी ऐसा था। नहीं पूछा ही नहीं आपने, पहले बात की आपने मेरे साथ है ना, ऐसे गठजोड़ नहीं चलेगा ये। वो जसवीर सिंह गढ़ी को फोन लगाओ, उससे पूछो किससे पूछकर ये बात की थी, नहीं मुश्किल हो जाएगी है ना। ये जरूर पता कर लेना, नवा समझौता तता नहीं। वो कहते तो हैगे कि बहुत दूर तक ते बहुत देर तक चलना, हो सकता देर तक दूर तक ਚੱਲੇ। मैं थोड़ी जी भाजपा की गल करनी चाहता सी। भाजपा वाले ਜਦੋਂ ਪਹੁੰਚੇ ਹੈ ਕੈਪਟਨ ਸਾਹਿਬ ਦਾ ਘਰ ਘੇਰਨ, ਐਸਸੀ ਭਾਈਚਾਰੇ ਦੇ ਮੁੱਦਿਆਂ ਨਾਲ ਸੰਬੰਧਿਤ, ਕਹਿੰਦੇ ਵਜੀਫਾ, ਅਤਿਆਚਾਰ ਹੋ ਰਹੇ ਆ, ਆਹ ਕੁਛ ਹੋ ਰਿਹਾ। ਉੱਥੇ ਰਜੇਸ਼ ਬਾਘਾ ਹੋਰੀ ਨੇ, ਜਿਹੜੇ ਕਿ ਪਹਿਲਾਂ ਕਮਿਸ਼ਨ ਦੇ ਵਿੱਚ ਰਹੇ, ਫਗਵਾੜਿਓਂ ਭਾਜਪਾ ਦੀ ਟਿਕਟ ਦੇ ਉੱਤੇ ਚੋਣ ਵੀ ਲੜੇ ਸੀ, ਉਹਨਾਂ ਦੀ ਅਗਵਾਈ ਸੀ। ਬਾਕੀ 5-7-8 ਵੱਡੇ ਲੀਡਰ ਸੀ, ਸੈਂਕੜੇ ਵਰਕਰ ਸੀ ਭਾਜਪਾ ਦੇ। ਪਹਿਲੀ ਵੱਡੀ ਸਰਗਰਮੀ ਨਜ਼ਰ ਆਈ ਹੈ। ਜਦੋਂ ਗਏ ਤਾਂ ਅਗਲਿਆਂ ਨੇ ਫਿਰ ਮੂਹਰੇ ਬੈਰੀਕੇਡ ਤਾਂ ਲਾਉਣੀ ਸੀ, ਪਾਣੀ ਦੀਆਂ ਵਿਛਾੜਾਂ ਵੀ ਮਾਰਨੀਆਂ ਸੀ। ਉੱਥੇ ਸਾਬਕਾ ਵਿਧਾਇਕਾ ਭਾਜਪਾ ਦੀ ਬੀਬੀ ਸੀਮਾ ਦੇਵੀ, ਉਹਨਾਂ ਦੀ ਬਾਂਹ ਟੁੱਟ ਗਈ ਜਦੋਂ ਇਹ ਸਾਰਾ ਕੁਝ ਚੱਲਦਾ ਸੀ। ਹਲਕਾ ਲਾਠੀ ਚਾਰਜ ਜੇ ਉਹ ਰਜੇਸ਼ ਬਾਘੇ ਉਹਨਾਂ ਦੇ ਵੀ ਸੱਟ ਲੱਗੀ। ਮੈਨੂੰ ਉਹਦੇ ਵਿੱਚੋਂ ਗੱਲ ਹੋਰ ਨਜ਼ਰ ਆਉਂਦੀ ਹੈ, ਕਿਉਂਕਿ ਭਾਜਪਾ ਵਾਲੇ ਪਹਿਲਾਂ ਹੀ ਕਈ ਵਾਰੀ ਰਾਜਪਾਲ ਸਾਹਿਬ ਕੋਲ ਜਾ ਚੁੱਕੇ ਆ ਕਿ ਭਾਈ ਕਿਸਾਨ ਸਾਨੂੰ ਸਰਗਰਮੀ ਨਹੀਂ ਕਰਨ ਦਿੰਦੇ, ਤੇ ਕੈਪਟਨ ਸਾਹਿਬ ਦੇ ਕਹਿਣ ਦੇ ਉੱਤੇ ਪੁਲਿਸ ਉਹਨਾਂ ਦੇ ਨਾਲ ਰਲੀ ਆ। ਹੁਣ ਹੋ ਸਕਦਾ ਕਿ ਜਿੱਦਾਂ ਬੀਬੀ ਸੀਮਾ ਦੇਵੀ ਦੀ ਬਾਂਹ ਟੁੱਟੀ ਹੈ, ਰਜੇਸ਼ ਬਾਘੇ ਹੋਰਾਂ ਦੇ ਸੱਟਾਂ ਲੱਗੀਆਂ, ਤੇ ਉਹਨਾਂ ਦੀਆਂ ਵੀ ਐਕਸਰੇ ਰਿਪੋਰਟਾਂ ਉੱਥੇ ਲਿਜਾ ਕੇ ਕਹਿਣ ਜੀ ਆਹ ਦੇਖੋ, ਸਾਨੂੰ ਤਾਂ 14-14 ਘੰਟੇ ਘਰਾਂ ਦੇ ਵਿੱਚ ਬੰਦ ਰੱਖਦੇ ਆ ਤੇ ਕਿਸਾਨਾਂ ਦੇ ਉੱਤੇ ਕਾਰਵਾਈ ਕੋਈ ਨਹੀਂ ਹੁੰਦੀ। ਅਸੀਂ ਜਦੋਂ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਕੈਪਟਨ ਸਾਹਿਬ ਨੂੰ ਮਿਲਣ ਚੱਲੇ ਸੀ ਤਾਂ ਸਾਡੇ ਬੰਦੇ ਦੀਆਂ ਬਾਹਾਂ ਤੋੜੀਆਂ। ਰਾਜਪਾਲ ਸਾਹਿਬ ਨੇ ਪਹਿਲਾਂ ਹੀ ਪੰਜਾਬ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ, ਤੇ ਰਾਜਪਾਲ ਸਾਹਿਬ ਆਪ ਨਹੀਂ ਰਿਪੋਰਟ ਮੰਗਦੇ ਹੁੰਦੇ, ਕੇਂਦਰ ਸਰਕਾਰ ਦੇ ਕਹਿਣ ਤੇ ਮੰਗਦੇ ਹੁੰਦੇ ਆ। ਤੇ ਰਾਜਪਾਲ ਹੋਰਾਂ ਨੂੰ ਕੇਂਦਰ ਸਰਕਾਰ ਦਾ ਗ੍ਰਹਿ ਮੰਤਰਾਲਾ, ਹੋਮ ਮਿਨਿਸਟਰੀ ਕਹਿੰਦੀ ਹੁੰਦੀ ਹੈ। ਇਹ ਹੁਣ ਗੱਲ ਕਿੱਥੇ ਤੱਕ ਜਾਣੀ ਹੈ, ਕਿੱਦਾਂ ਜਾਣੀ ਹੈ, ਧਿਆਨ ਰੱਖਣਾ ਪਊਗਾ। ਨਹੀਂ ਇਹ ਗੱਲ ਇਦਾਂ ਵੀ ਜਾ ਸਕਦੀ ਹੈ ਵੀ ਦੇਖੋ, ਵਿਆਹ ਵਾਲੀ ਉਦਾਹਰਨ ਆਪਾਂ ਲਾ ਲੈਂਦੇ ਵੀ ਲਾੜਾ ਤਿਆਰ ਹੈ, ਸ਼ੇਰਵਾਨੀ ਪਾਈ ਹੈ, ਸਰਬਾਲਾ ਵੀ ਤਿਆਰ ਹੈ, ਉਧਰ ਮਤਲਬ ਵਾਗ ਗੁੰਦਾਈ ਲਈ ਮਤਲਬ ਭੈਣਾਂ ਦੀ ਵੀ ਤਿਆਰੀ ਹੈ, ਭਾਬੀਆਂ ਨੇ ਸੁਰਮ ਸਲਾਈਆਂ ਲੈ ਆਉਂਦੀਆਂ ਵੀ ਸੁਰਮਾ ਪਾਉਣਾ। ਅਚਾਨਕ ਪਤਾ ਲੱਗਾ ਘੋੜੀ ਨਿਕਲ ਗਈ ਯਾਰ। ਉਹ ਹੁਣ ਇਹ ਨਾ ਹੋਵੇ ਕਿਤੇ ਵੀ ਉਧਰੋਂ ਗ੍ਰਹਿ ਮੰਤਰੀ ਸਾਹਿਬ ਜਾਂ ਮੋਦੀ ਸਾਹਿਬ ਕਿਤੇ ਉਧਰੋਂ ਇਸ਼ਾਰਾ ਕਰ ਦੇਣ ਵੀ ਇੱਥੋਂ ਪਤਾ ਕਰ ਲਓ, ਰਿਪੋਰਟਾਂ ਲੈ ਲਓ, ਕਿਉਂਕਿ ਵਾਹਵਾ ਚਿਰ ਹੋ ਗਿਆ ਇੱਥੇ ਫੋਟੋਆਂ ਇਹ ਉਹ ਟਾਈਪ ਬੜਾ ਕੁਝ ਇਕੱਠਾ ਹੋ ਜਾਣਾ, ਤੇ ਉਹ ਪਲੰਦਾ ਜਿਹਾ ਬਣਾ ਕੇ ਉੱਪਰ ਭੇਜ ਦੇਣ ਵੀ ਪੰਜਾਬ 'ਚ ਤਾਂ ਦੇਖੋ ਹਾਲਾਤ ਬਹੁਤ ਖਰਾਬ ਨੇ, ਕੈਪਟਨ ਸਾਹਿਬ ਕੋਲੋਂ ਕੁਝ ਨਹੀਂ ਕੰਟਰੋਲ ਹੋ ਰਿਹਾ। ਉਹ ਤਾਂ ਆਪਣੀ ਕੁਰਸੀ ਬਚਾਉਣ ਦੇ ਚੱਕਰ 'ਚ ਨੇ, ਕਦੀ ਉਹਨਾਂ ਦੀ ਹਾਈ ਕਮਾਨ ਕਹਿੰਦੀ ਇਹਨੂੰ ਬਿਠਾਉਣਾ ਕੁਰਸੀ ਤੇ, ਉਹ ਕਹਿੰਦਾ ਉਹਨੂੰ ਬਿਠਾਉਣਾ। ਉਹਨਾਂ ਦੇ ਆਪਣੇ ਕਲੇਸ਼ ਦੇ ਵਿੱਚ ਪੰਜਾਬ ਦਾ ਤੇ ਹਾਲ ਹੀ ਬੜਾ ਮਾੜਾ। ਸਰਹੱਦੀ ਸੂਬਾ ਹੈ, ਹਾਂਜੀ, ਉੱਪਰ ਕਸ਼ਮੀਰ ਹੈ, ਹਾਂਜੀ, ਉਧਰਲੇ ਪਾਸੇ ਹਿਮਾਚਲ ਤੋਂ ਅੱਗੇ ਚੀਨ ਹੈ, ਇੱਧਰ ਪਾਕਿਸਤਾਨ ਹੈ। ਭਾਵੇਂ ਤਾਰ ਲਾਈ ਇੱਕ ਡਿਆਲੀ ਕਰੰਟ ਛੱਡਿਆ, ਪਰ ਹੈਗਾ ਤੇ ਹੈ। ਸੋਚੋ ਕੁਝ ਅਗਲਿਆਂ ਨੇ ਤੇ ਉੱਥੋਂ ਹਰੇ ਰੰਗ ਦੀ ਘੁੱਗੀ ਮਾਰ ਕੇ ਘੱਲਣਾ ਵੀ ਕੋਈ ਗੱਲ ਨਹੀਂ ਜੀ, ਰਹਿਣ ਦਿਓ ਤੁਸੀਂ, ਚਾਬੀਆਂ ਨਾ ਉੱਥੇ ਚੰਡੀਗੜ੍ਹ ਫੜਾ ਜਿਓ, ਰਾਜਪਾਲ ਸਾਹਿਬ ਹੁਣ ਦੇਖ ਲੈਣਗੇ ਪੰਜਾਬ ਨੂੰ। ਇਹ ਵੈਸੇ ਬੜੀ ਨਾ ਅਜੀਬ ਜੀ ਸਮੱਸਿਆ ਹੈ। ਤੁਸੀਂ ਜੇ ਇਦਾਂ ਹੋ ਗਿਆ ਨਾ, ਤੁਸੀਂ ਇਹ ਦੇਖੋ ਵੀ ਉਹ ਜਿੰਨੇ ਬਾਊ ਉੱਥੇ ਵਿਚਾਰੇ ਉੱਥੇ ਡਾਂਗਾ ਖਾ ਗਏ, ਜਿਵੇਂ ਪਾਣੀ ਦੀਆਂ ਵਿਛਾੜਾਂ ਸਹੀਆਂ, ਉਹਨਾਂ ਨੋਵਾ ਪਿੰਡ ਨੂੰ ਦੱਬੀ ਹੋਣੀ ਲੈ ਵੀ ਹੁਣ ਨਹੀਂ ਆਂਦਾ ਆਪਾਂ ਨੂੰ ਕੁਝ ਵੀ। ਆ ਇੱਕ ਹੱਥ ਇਧਰ ਬਾਹਰ ਰੱਖਣਾ, ਇਦਾਂ ਆ ਫਿਰ। ਚਲੋ ਸੰਧਾਲੀਆ ਸਾਹਿਬ, ਯੂਪੀ ਚਲੀਏ। ਉੱਤਰ ਪ੍ਰਦੇਸ਼ ਇਸ ਕਰਕੇ ਜਾਣਾ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਦਾ ਵਾਰਾਣਸੀ ਆਪਣਾ ਹਲਕਾ ਜੀ, ਉੱਥੇ ਗਏ, ਆਪ ਗਏ ਨੇ, ਤੁਸੀਂ ਤਾਂ ਜਾਣਾ ਮੈਨੂੰ ਪਤਾ, ਸਰਕਾਰੀ ਦੌਰੇ ਤੇ 1500 ਕਰੋੜ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕਰਕੇ ਆਏ। ਉਹੀ ਥਾਂ ਆ ਜਿੱਥੋਂ ਗੰਗਾ ਸਫਾਈ ਦੀ ਮੁਹਿੰਮ ਵੀ ਇੱਕ ਵਾਰੀ ਸ਼ੁਰੂ ਕੀਤੀ ਸੀ, ਉਹਦੇ ਲਈ ਵੱਖਰਾ ਮਹਿਕਮਾ ਬਣਾਇਆ ਸੀ, ਕਈ ਮੰਤਰੀ ਬਦਲੇ ਜਾ ਚੁੱਕੇ ਆ, ਹਜ਼ਾਰਾਂ ਕਰੋੜ ਦਾ ਬਜਟ ਲਾਇਆ ਜਾ ਚੁੱਕਾ। ਇਹ ਗੰਗਾ ਦੇ ਕਿਨਾਰੇ ਤੇ ਰਹਿਣ ਵਾਲੇ ਦੱਸਣ ਕਿ ਭਾਈ ਸਾਫ਼ ਕਿੰਨੀ ਹੋਈ ਹੈ। ਚਲੋ ਨਹੀਂ ਹੋਇਆ, ਦੇਖੋ ਉਹਨਾਂ ਆਖਿਆ ਵੀ ਗੰਗਾ ਸਫਾਈ ਦੇ ਲਈ ਪੈਸਾ ਰੱਖਿਆ। ਹੁਣ ਫਰਕ ਇਹ ਆ ਵੀ ਗੰਗਾ ਸਫਾਈ ਦੇ ਲਈ ਪੈਸਾ ਹੈ, ਉਦਾਂ ਹੀ ਸਾਰਾ ਕੁਝ। ਉਹ ਗੱਲ ਵੱਖਰੀ ਹੈ ਵੀ ਪੈਸੇ ਦੀ ਸਫਾਈ ਖਜ਼ਾਨੇ 'ਚ ਹੋ ਗਈ, ਗੰਗਾ ਦੀ ਨਹੀਂ ਹੋਈ ਇਸ ਪਾਸੇ। ਹੁਣ ਸੰਧਾਲੀਆ ਸਾਹਿਬ, ਯੂਪੀ 'ਚ ਪੰਜਾਬ ਦੇ ਨਾਲ ਹੀ ਚੋਣਾਂ, ਜੇ ਪੰਜਾਬ ਦੇ ਵਿੱਚ ਇੱਕੋ ਹੀ ਦਿਨ ਦੇ ਵਿੱਚ ਇੰਨਾ ਕੁਝ ਹੋ ਸਕਦਾ ਵੋਟਾਂ ਦੇ ਲਈ, ਤਾਂ ਯੂਪੀ 'ਚ ਕਿਉਂ ਨਹੀਂ ਹੋ ਸਕਦਾ? ਕਿਉਂਕਿ ਇੱਕੋ ਦਮ ਉਹਨਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਨੂੰ ਜਿੱਦਾਂ ਯੋਗੀ ਆਦਿੱਤਿਆਨਾਥ ਨੇ ਨੱਥ ਪਾਈ ਆ ਨਾ, ਕਮਾਲ, ਸਭ ਤੋਂ ਵੱਡਾ ਸੂਬਾ, ਸਭ ਤੋਂ ਵੱਧ ਆਬਾਦੀ, ਇਹਦੇ ਬਾਵਜੂਦ ਵੀ ਕੰਟਰੋਲ ਕੀਤਾ। ਨਹੀਂ ਕੀਤਾ। ਵੇਖੋ ਤਾਂ ਕਾਰਨ ਇਹ ਵੀ ਦੇਖੋ, ਆਮ ਬੰਦਾ ਕਿਤੇ ਗੁਜ਼ਰ ਜਾਂਦਾ ਹੈ, 2 ਦਿਨ ਡੀਕਣਾ ਪੈਂਦਾ ਹੈ ਵੀ ਯਾਰ ਇਹਦੀਆਂ ਕਦੋਂ ਵਿਚਾਰੇ ਦੀਆਂ ਅੰਤਿਮ ਰਸਮਾਂ ਕਰਾਂਗੇ। ਅਗਲੇ ਨੇ ਵੇਖੋ ਖੁੱਲੀ ਛੋੜ ਦਿੱਤੀ, ਕਹਿੰਦੇ ਇੱਥੇ ਦੱਬੋ, ਗੰਗਾ ਦੇ ਕੰਢੇ ਖੁੱਲਾ ਹੀ ਤਾਂ ਸੁੱਟ ਕੇ ਚਲੇ ਜਾਓ। ਉਹ ਕਹਿੰਦੇ ਜੀ ਕਿੱਦਾਂ ਹੋਊਗਾ? ਕੋਈ ਨਹੀਂ ਕਹਿੰਦਾ, ਕੁੱਤੇ ਹੈਗੇ ਵਾਰਾ ਆਪਣੇ ਕੋਲ, ਟੈਨਸ਼ਨ ਕਾਹਦੀ ਕਰਦੇ ਨੇ। ਨਹੀਂ ਬਹੁਤ ਵਧੀਆ ਪ੍ਰਬੰਧੀ ਸੀਗਾ ਉਹ, ਪ੍ਰਬੰਧੀ ਸੀਗਾ ਉਹ। ਤਾਂ ਨਾ ਗੰਗਾ ਦਾ ਪਾਣੀ ਤਾਂ ਨੂੰ ਆਉਂਦਾ, ਨਾ ਰੇਤਾ ਥੱਲੇ ਨੂੰ ਜਾਂਦੀ, ਨਾ ਉਹਨਾਂ ਦਾ ਪਤਾ ਲੱਗਦਾ, ਨਹੀਂ ਤਾਂ ਕੰਮ ਹੀ ਢੱਕਿਆ ਲਪੇਟਿਆ ਜਾਣਾ ਸੀ। ਹੋਰ ਦੇਖੋ,
ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਜਾ ਕੇ ਵਿਰੋਧੀ ਧਿਰਾਂ ਦੀ ਆਲੋਚਨਾ ਵੀ ਕੀਤੀ, ਇਹ ਵੀ ਕਿਹਾ ਕਿ ਸਰਕਾਰ ਨੇ ਬਹੁਤ ਅੱਛੇ ਕੰਮ ਕੀਤੇ ਹੈ। ਪ੍ਰਧਾਨ ਮੰਤਰੀ ਸਾਹਿਬ ਸਰਕਾਰੀ ਦੌਰੇ ਤੇ ਜਾ ਕੇ ਵੀ ਬਾਕੀ ਪਾਰਟੀਆਂ ਨੂੰ ਦੱਸਿਆ ਹੈ ਕਿ ਭਾਈ ਚੋਣ ਸਿਲਸਿਲਾ ਆਰੰਭ ਹੈ। ਹੁਣ ਬੀਬੀ ਪ੍ਰਿਯੰਕਾ ਗਾਂਧੀ ਕਾਂਗਰਸ ਪਾਰਟੀ ਵੱਲੋਂ ਵਾਗਡੋਰ ਉਹਨਾਂ ਨੇ ਸਾਂਭਣੀ ਹੈ। ਪਿਛਲੀ ਵਾਰੀ ਤਾਂ ਅੱਧਾ ਸੂਬਾ ਸੀ, ਐਤਕੀ ਜੋਤਿਰਾਦਿੱਤਿਆ ਸਿੰਧੀਆ ਕਮਲ ਦੇ ਫੁੱਲ ਲਈ ਪ੍ਰਚਾਰ ਕਰਨਗੇ ਮੱਧ ਪ੍ਰਦੇਸ਼ ਵਾਲੇ। ਹੁਣ ਬੀਬੀ ਪ੍ਰਿਯੰਕਾ ਗਾਂਧੀ 17 ਤਰੀਕ ਤੋਂ ਸੜਕਾਂ ਤੇ ਉਤਰ ਰਹੀ ਹੈ ਆਪਣੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਲੈ ਕੇ ਕਿ ਮਹਿੰਗਾਈ ਬਹੁਤ ਹੈ, ਸਿਲੰਡਰ ਦੇਖੋ ਕਿੱਥੇ ਗਿਆ, ਡੀਜ਼ਲ ਪੈਟਰੋਲ ਦੇ ਭਾਅ ਨੂੰ ਅੱਗ ਲੱਗੀ ਪਈ ਹੈ, ਟਮਾਟਰ ਤੋਂ ਬਹੁਤ ਮਹਿੰਗਾ ਹੈ, ਗੰਡਾ ਵੀ, ਹਾਂ ਗੰਡਾ ਵੀ, ਪਿਆਜ਼ ਜਿਹੜਾ ਸਾਰਾ ਕੁਝ, ਗੋਭੀ, ਜਾਨੀ ਕਿ ਆਮ ਬੰਦੇ ਦੀ ਰਸੋਈ ਖਾਲੀ ਹੋ ਗਈ ਹੈ। ਉਧਰ ਅਖਿਲੇਸ਼ ਯਾਦਵ ਸਮਾਜਵਾਦੀ ਪਾਰਟੀ ਵਾਲੇ ਪਿਛਲੇ ਵਾਰੀ ਇਕੱਠੇ ਹੋ ਕੇ ਚੋਣ ਲੜੀ ਸੀ, ਉਹਨਾਂ ਨੇ ਵੀ ਆਪਣੇ ਵਰਕਰਾਂ ਨੂੰ ਲੈ ਕੇ ਅੰਦੋਲਨ ਕਰਨ ਦਾ ਐਲਾਨ ਕਰ ਦਿੱਤਾ ਦੋ ਮੁੱਦਿਆਂ ਤੇ। ਕਹਿੰਦੇ ਇੱਕ ਤਾਂ ਧਾਂਦਲੀ ਬੜੀ ਕੀਤੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ, ਦੂਜਾ ਮਹਿੰਗਾਈ ਬਹੁਤੀ ਆ ਸਾਡੇ ਵਰਕਰਾਂ ਨੂੰ ਪੁੱਛ ਕੇ ਦੇਖੋ ਤਿੰਨੀ ਮਸੀਂ ਰਸੋਈ ਦੀ ਲੂੰਬੀ ਦੇ ਵਿੱਚੋਂ ਧੂੰਆਂ ਨਿਕਲਦਾ। ਤੇ ਉਧਰ ਬੀਬੀ ਮਾਇਆਵਤੀ ਨੇ ਵੀ ਬੈਠਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਵੇਂ ਕਰਨੀ ਹੈ, ਗੱਠਜੋੜ ਦਾ ਕੀ ਹੈ, ਕਿਹੜੇ ਮੁੱਦੇ ਚੁੱਕੀਏ ਕਿਹੜੇ ਨਾ ਚੁੱਕੀਏ, ਕਿੱਧਰ ਰੇਸ ਦੇਣੀ ਹੈ, ਕਿੱਧਰ ਬ੍ਰੇਕ ਦੱਬਣੀ ਹੈ, ਕਲੱਚ ਕਿੱਥੋਂ ਨੱਪਣਾ। ਜਾਣੀ ਕਿ ਹਰ ਇੱਕ ਸਿਆਸੀ ਧਿਰ ਉੱਤਰ ਪ੍ਰਦੇਸ਼ ਦੇ ਵਿੱਚ ਆਉਣ ਵਾਲੇ 3 ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਜੂ। ਕਿਸਾਨਾਂ ਨੇ ਅਜੇ 26 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਨੀ ਹੈ। ਉਹ ਕਰਨੀ ਆ, ਪਰ ਇਹਦੇ 'ਚ ਇੱਕ ਗੱਲ ਤਾਂ ਹੈਗੀ ਆ ਵੀ ਯੂਪੀ ਜਿਹੜਾ ਉਹ ਗੱਠਜੋੜ ਆ ਉਹ ਬੜੀ ਦੇਰ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਪਰ ਜੇ ਮੰਨ ਲਓ ਕਿ ਮਮਤਾ ਬੈਨਰਜੀ ਦੀ ਗੱਲ ਇੱਧਰ ਕੋਈ ਮੰਨ ਲੈਂਦਾ, ਉਹ ਬੰਦੇ ਇਕੱਠੇ ਹੋ ਜਾਂਦੇ ਆ, ਫਿਰ ਤੇ ਹੋ ਸਕਦਾ ਯੂਪੀ 'ਚ ਟੱਕਰ ਦੇ ਦੇਣ। ਤੇ ਜੇ ਨਾ ਕੋਈ ਮੰਨਿਆ ਤੇ ਫਿਰ ਠੀਕ ਆ ਭਾਈ ਸਾਹਿਬ, ਆਪੋ ਆਪਣਾ ਸਕੂਟਰ ਲੈ ਕੇ ਤੁਰੇ ਫਿਰਨਗੇ, ਅਗਲਿਆਂ ਦੀਆਂ ਕਾਰਾਂ ਤੇ ਘੁੰਮਦੀ ਆ। ਪਰ ਮਮਤਾ ਬੈਨਰਜੀ ਹੋਰਾਂ ਨੇ ਆਪਣੀ ਸੀਟ ਦਾ ਵੀ ਫਿਕਰ ਪੈ ਗਿਆ ਨੇ, ਕਹਿੰਦੇ ਹਾਈ ਕੋਰਟ ਗਏ ਹੁਣ ਵੀ ਮਹਾਰਾਜ ਜੀ ਚੋਣਾਂ ਨਹੀਂ ਕਰਵਾ ਰਹੇ। ਦੇਖੋ 5 ਸੀਟਾਂ ਉੱਥੇ ਖਾਲੀ ਆ ਤੇ ਬੀਬੀ ਜੀ ਹੋਰੀ 4 ਨਵੰਬਰ ਤੋਂ ਪਹਿਲਾਂ ਇਲੈਕਟ ਚਾਹੀਦੇ ਆ ਵਿਧਾਨ ਸਭਾ ਦੇ ਵਿੱਚ। ਨਹੀਂ ਤੇ ਉਹਨਾਂ ਨਾਲ ਉਹੀ ਹੋਣੀ ਹੈ ਜਿਹੜੀ ਪਿਛਲੇ ਦਿਨੀ ਉੱਤਰਾਖੰਡ ਦੇ ਇੱਕ ਮੁੱਖ ਮੰਤਰੀ ਨਾਲ ਹੋਈ ਹੈ। ਉਹ ਵੈਸੇ ਉਹਨਾਂ ਦੇ ਲਈ ਕੰਮ ਵੈਸੇ ਠੀਕ ਆ, ਜੇ ਉਹ ਦੇਖਣ ਤਾਂ ਹੋ ਸਕਦਾ ਕਿ ਭਾਈ ਵਾਪਸ ਆ ਕੇ ਉੱਥੋਂ ਕਿਸੇ ਬੰਦੇ ਨੂੰ ਬਣਾਉਣ ਕਿ ਮੈਂ ਫਿਰ ਦਿੱਲੀ ਆ ਜਾਣੀ, ਆਪ ਹੀ ਨਾ ਕਿਤੇ ਵਿਹਲੇ ਕਰ ਦੇਣ ਉਹਨਾਂ ਨੂੰ ਬੀਬੀ ਹੁਣ ਤੁਸੀਂ ਫਿਰ ਠੀਕ ਆ, ਫਿਰ ਉੱਥੇ ਬਣਾ ਲਓ ਮੁੱਖ ਮੰਤਰੀ, ਕੋਈ ਗੱਲ ਨਹੀਂ। ਅਭੀ ਜੇ ਇਦਾਂ ਤੇ ਇਦਾਂ ਹੀ ਸਹੀ, ਇਦਾਂ ਤੇ ਫਿਰ ਇਦਾਂ ਹੀ ਸੀ। ਹੁਣ ਉਹ ਹਾਈ ਕੋਰਟ ਚਲੇ ਗਿਆ, 12 ਅਗਸਤ ਨੂੰ ਪੇਸ਼ੀ ਹੈ, ਸੁਣਵਾਈ ਹੋਣੀ ਹੈ। ਨਾਲ ਹੀ ਉਹਨਾਂ ਨੇ CID ਦੀ ਇੱਕ ਟੀਮ ਭੇਜੀ ਸੀ ਸੁਭਿੰਦਰੂ ਅਧਿਕਾਰੀ ਦੇ ਘਰੇ ਕਿ ਤੁਸੀਂ CBI ਭੇਜ ਦਿਓ ਨਾ ਸਾਡੇ ਮੰਤਰੀਆਂ ਤੇ। ਉਹਨਾਂ ਦੇ ਇੱਕ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਸੀ, ਥੋੜੇ ਜਿਹੇ ਅਜੀਬੋ-ਗਰੀਬ ਹਾਲਾਤਾਂ ਦੇ ਵਿੱਚ ਕਿ ਭਾਈ ਪੁੱਛਗਿੱਛ ਕਰਨੀ ਆ, ਸਾਨੂੰ ਉਹਨਾਂ ਦੇ ਘਰਦਿਆਂ ਨੇ ਸ਼ਿਕਾਇਤ ਦਿੱਤੀ ਹੈ। ਉਹ ਕਹਿੰਦੇ ਯਾਰ ਮੇਰੇ ਮਗਰ ਹੁਣ ਐਵੇਂ ਪੈ ਗਿਆ ਬੀਬੀ ਜੀ, ਤੁਸੀਂ ਵੀ ਤਾਂ ਬੀਬੀਆਂ ਦੇ ਮੰਤਰੀ ਮਗਰ ਪੈ ਹੀ ਸੀ ਨਾ। ਹੁਣ ਉਧਰਲੇ ਪਾਸੇ ਵੀ ਰੌਲਾ ਪੈ ਗਿਆ। ਪਰ ਨਾਲ ਦੀ ਨਾਲ ਸੰਧਾਲੀਆ ਸਾਹਿਬ ਇੱਕ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਉਹਨੇ ਅਦਾਲਤ ਨੂੰ ਰਿਪੋਰਟ ਦੇਣੀ ਸੀ ਕਿ ਬੀਬੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹਿੰਸਾ ਬੜੀ ਹੋਈ ਹੈ। ਰਿਪੋਰਟ ਅਦਾਲਤ ਦੇ ਵਿੱਚ ਚੁੱਪ ਚਪੀਤੇ ਦੇਣੀ ਸੀ, ਪਰ ਉਹਦੇ ਬਹੁਤ ਸਾਰੇ ਅੰਸ਼ ਲੀਕ ਹੋ ਗਏ ਕਿ ਉਹਨਾਂ ਨੇ ਕਿਹਾ ਹੈ ਕਿ CID ਜਾਂਚ ਕਰਾਈ ਜਾਵੇ, CBI ਜਾਂਚ ਕਰਾਈ ਜਾਵੇ ਇਹ ਸਾਰੀ ਪ੍ਰਕਿਰਿਆ ਦੀ। ਤੇ ਬੀਬੀ ਮਮਤਾ ਬੈਨਰਜੀ ਨੇ ਕਹਿਤਾ ਕਿ ਬਸ ਅਦਾਲਤ ਦੀ ਤੋਹੀਨ ਕਰਤੀ ਹੈ, ਜੋ ਮਰਜ਼ੀ ਰਿਪੋਰਟ ਦੇ ਵਿੱਚ ਦਿੰਦੇ ਪਰ ਚੁੱਪ ਚਪੀਤੇ ਅਦਾਲਤ 'ਚ ਦਿੰਦੇ, ਆ ਲੀਕ ਕਰਕੇ ਤੁਸੀਂ ਸਾਡੀ ਸਰਕਾਰ ਤੇ ਪ੍ਰੈਸ਼ਰ ਪਾਉਂਦੇ ਹੋ। ਲੱਗਦਾ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਬਹੁਤ ਸੀੜੀ ਸਿਆਪਾ ਪੈ ਜਾਣਾ ਇਸ ਮੁੱਦੇ ਤੇ। ਨਹੀਂ ਪਾਊਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਇਹ ਤਾਂ ਕੰਮ ਹੋਣਾ ਹੀ ਹੋਣਾ। ਪਰ ਸੀੜੀ ਸਿਆਪਾ ਜਿਹੜਾ ਪੰਜਾਬ 'ਚ ਪਿਆ ਉਹਦੀ ਗੱਲ ਵੀ ਕਰ ਲਈਏ ਜੀ। ਐਕਸਪ੍ਰੈਸ ਵੇ ਜਿਹੜਾ ਬਣਨਾ ਦਿੱਲੀ ਕਟੜੇ ਵਾਲਾ, ਹੁਣ ਉਹਦਾ ਕਰਕੇ ਕਿਸਾਨਾਂ ਨੇ ਉਧਰ ਲੁਧਿਆਣੇ DC ਦਫ਼ਤਰ ਦੇ ਬਾਹਰ ਟਰੈਕਟਰ ਟਰਾਲੀਆਂ ਇਕੱਠੀਆਂ ਕਰਤੀਆਂ, ਕਹਿੰਦੇ ਮਹਾਰਾਜ ਆ ਕੀ ਧੱਕਾ ਕਰਨੇ ਸਾਡੇ ਨਾਲ, ਆਹ ਰੇਟ ਹੈ ਜ਼ਮੀਨ ਦਾ ਜਿਹੜਾ ਦੇਣ ਡਿਆ ਤੁਸੀਂ, ਨਾਲੇ ਚਲੋ ਇੱਕ ਹੀ ਬੰਨ ਦਿਓ ਘੱਟੋ ਘੱਟ, ਕਿਸੇ ਤਹਿਸੀਲ 'ਚ ਕੋਈ ਹੈ ਕਿਸੇ ਜ਼ਿਲ੍ਹੇ 'ਚ ਕੋਈ ਹੈ। ਸਰਕਾਰ ਮੈਨੂੰ ਲੱਗਦਾ ਕਿ 10-12-15 ਲੱਖ ਤੋਂ ਉੱਪਰ ਨਹੀਂ ਉੱਠਦੀ ਹੋਣੀ, ਉਹ ਕਰੋੜਾਂ 'ਚ ਮੰਗਦੇ ਆ ਕਿ ਭਾਈ ਇੰਨਾ ਸਾਨੂੰ ਮਿਲਦਾ ਸੀ, ਜੇ ਨਹੀਂ ਮਿਲਦਾ ਸੀ ਅਜੇ ਨਹੀਂ ਵੇਚਦੇ। ਹੁਣ ਉਹ ਦਿੱਲੀ ਜਾ ਕੇ ਆਏ ਆ ਪਿਛਲੇ ਦਿਨੀ, ਜਿਹੜੀ ਐਕਸ਼ਨ ਕਮੇਟੀ ਬਣੀ ਹੈ, ਉਹ ਕਹਿੰਦੇ ਅਸੀਂ ਉੱਥੋਂ ਕਾਗਜ਼ ਪੱਤਰ ਦੇਖ ਕੇ ਆਏ ਆ, ਜ਼ਮੀਨ ਅਕਵਾਇਰ ਕਰਨੀ ਆ ਪੰਜਾਬ ਸਰਕਾਰ ਨੇ, ਤੇ ਪੰਜਾਬ ਸਰਕਾਰ ਵੀ ਕੇਂਦਰ ਦੇ ਨਾਲ ਰਲੀਓ ਆ, ਉਹ ਵੀ ਸਾਨੂੰ ਪੂਰਾ ਮੁੱਲ ਦਵਾਉਣਾ ਨਹੀਂ ਚਾਹੁੰਦੀ। ਜੇ ਪੰਜਾਬ ਸਰਕਾਰ ਕੋਸ਼ਿਸ਼ ਕਰੇ ਸਾਨੂੰ ਪੈਸੇ ਮਿਲ ਸਕਦੇ ਆ। ਉਹਨਾਂ ਨੇ ਕਹਿਤਾ ਕਿ ਪੱਕਾ ਮੋਰਚਾ ਲਾ ਦੇਣਾ, ਜੇ ਤੁਸੀਂ ਸਾਡੀ ਗੱਲ ਨਾ ਮੰਨੀ ਅਸੀਂ ਜ਼ਮੀਨਾਂ ਦੇਣੀਆਂ ਨਹੀਂ। ਸਰਕਾਰ ਉਧਰ ਵੀ ਕਸੂਤੀ ਫਸ ਗਈ ਹੈ। ਪਰ ਸੰਧਾਲੀਆ ਸਾਹਿਬ ਆਪਾਂ ਇੱਕ ਮੁੱਦਾ ਜਿਹੜਾ ਵਿਸਾਰ ਨਾ ਕਿਤੇ ਲਈਏ, ਉਹ ਹੈਗਾ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਸੀ, ਐਡੀਟਰਸ ਗਿਲਡ ਆਫ ਇੰਡੀਆ ਵਾਲਿਆਂ ਨੇ ਪਾਈ ਕਿ ਦੇਸ਼ ਧਰੋਹ ਦੀ ਇੱਕ ਖਾਸ ਧਾਰਾ ਜਿਹਦਾ ਬਹੁਤ ਪ੍ਰਯੋਗ ਕੀਤਾ ਜਾ ਰਿਹਾ, ਸਿਰਸੇ ਦੇ ਵਿੱਚ ਕਿਸਾਨਾਂ ਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋਇਆ, ਗ੍ਰਿਫਤਾਰ ਵੀ ਹੋਏ ਹੁਣੇ। ਹੁਣ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕੇਂਦਰ ਦੀ ਸਰਕਾਰ ਨੂੰ ਨੋਟਿਸ ਦਿੱਤਾ ਕਿ ਇਹ ਤਾਂ 75 ਸਾਲ ਤੋਂ ਵੀ ਵੱਧ ਪੁਰਾਣੀ ਧਾਰਾ, ਅੰਗਰੇਜ਼ਾਂ ਦੇ ਵੇਲੇ ਦੀ ਧਾਰਾ, ਮਹਾਤਮਾ ਗਾਂਧੀ ਦੇ ਲਾਈ ਸੀ ਉਹਨਾਂ, ਕਿ ਸੁਤੰਤਰਤਾ ਸੰਗਰਾਮੀ ਜਿਹੜੇ ਦੇਸ਼ ਨੂੰ ਗੁਲਾਮੀ ਤੋਂ ਆਜ਼ਾਦੀ ਵੱਲ ਲਿਆਉਣ ਦੇ ਲਈ ਕੋਸ਼ਿਸ਼ ਕਰਦੇ ਸੀ, ਉਹਨਾਂ ਦੇ ਲਈ ਬਣਾਈ ਗਈ ਸੀ। ਤੁਸੀਂ ਇਹ ਧਾਰਾ ਖਤਮ ਕਿਉਂ ਨਹੀਂ ਕਰਦੇ? ਇਹਦੀ ਪ੍ਰਸੰਗਿਕਤਾ ਹੈਗੀ ਆ। ਨਾਲ ਦੀ ਨਾਲ ਇਤਰਾਜ਼ ਪ੍ਰਗਟ ਕੀਤਾ, ਇਸ ਗੱਲ ਦੇ ਉੱਤੇ ਦੁੱਖ ਪ੍ਰਗਟ ਕੀਤਾ ਕਿ ਭਾਈ ਇਹਦੀ ਬਹੁਤ ਜ਼ਿਆਦਾ ਦੁਰਵਰਤੋਂ ਵੀ ਹੋ ਰਹੀ ਹੈ। ਤੇ ਇਹ ਵੀ ਉਦਾਹਰਨ ਦੇ ਦਿੱਤੀ
ਉਹ ਕਹਿੰਦੇ ਇਸ ਧਾਰਾ ਦੀ ਵਰਤੋਂ ਤਾਂ ਇਦਾਂ ਕੀਤੀ ਗਈ ਕਿ ਕਿਸੇ ਨੂੰ ਇਕਾਰ ਹੀ ਦਿੱਤੀ ਕਿ ਤੂੰ ਜੰਗਲ ਦੇ ਵਿੱਚੋਂ ਇੱਕ ਡਾਹਣੀ ਵੱਢ ਲਿਆ, ਉਹਨੇ ਸਾਰਾ ਜੰਗਲ ਹੀ ਵੱਢ ਦਿੱਤਾ। ਹੁਣ ਇੱਕ ਧਾਰਾ ਹੋਵੇ ਕਾਨੂੰਨ ਦੀ, ਉਹ ਵੀ ਦੇਸ਼ ਧਰੋਹ ਦੀ, ਜਿਹਦੀ ਵਰਤੋਂ ਬਾਰ-ਬਾਰ ਠਾਹ-ਠਾਹ ਕਰਕੇ ਕੀਤੀ ਗਈ, ਕਿਸਾਨ ਅੰਦੋਲਨ ਦੇ ਵਿੱਚ ਵੀ ਕੀਤੀ ਗਈ, ਬਾਕੀ ਥਾਵਾਂ ਦੇ ਵੀ ਕੀਤੀ ਗਈ, ਉਹਦੇ ਬਾਬਤ ਜੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਸਭ ਤੋਂ ਵੱਡੇ ਜੱਜ ਸਾਹਿਬ ਕਹਿੰਦੇ ਆ ਕਿ ਭਾਈ ਨਿਬੇੜ ਦਿਓ ਕੰਮ, ਇਹ ਤਾਂ ਉਦੋਂ ਬਣਾਈ ਸੀ, ਇਹ ਅੱਜ ਪ੍ਰਸੰਗਿਕ ਹੀ ਨਹੀਂ ਰਹੀ। ਸਾਡੀਆਂ ਸਰਕਾਰਾਂ ਨੂੰ ਨਜ਼ਰ ਕਿਉਂ ਨਹੀਂ ਆਉਂਦਾ? ਹੁਣ ਅੱਜ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਹਰਿਆਣੇ ਦੇ, ਉਹਨਾਂ ਦੀ ਗੱਡੀ ਦਾ ਘਰਾਓ ਹੋ ਗਿਆ, ਸ਼ੀਸ਼ਾ ਵੀ ਤੋੜ ਦਿੱਤਾ ਹੋਊ, ਹਮਲਾ ਵੀ ਹੋ ਗਿਆ ਹੋਊ। ਉਹ ਇੱਕ ਐਮਐਲਏ ਜਾਂ ਡਿਪਟੀ ਸਪੀਕਰ ਦੇ ਉੱਤੇ ਹਮਲਾ ਹੋ ਸਕਦਾ ਕਾਨੂੰਨ ਤੋਂ ਬਾਹਰ ਹੋਵੇ, ਪਰ ਉਹ ਦੇਸ਼ ਧਰੋਹ ਕਿੱਦਾਂ ਹੋ ਗਿਆ? ਇਹ ਬੜੀ ਅਜੀਬੋ-ਗਰੀਬ ਸਥਿਤੀ ਆ। ਥਾਂ-ਥਾਂ ਦੇ ਉੱਤੇ ਉਹ ਧਾਰਾ ਲਾਈ ਜਾਂਦੀ ਸੀ। ਹੁਣ ਸਰਕਾਰ ਨੇ ਜਵਾਬ ਦੇਣਾ ਹੈ ਨੋਟਿਸ ਦਾ, ਕਿੱਦਾਂ ਦਾ ਦਿੰਦੇ ਆ, ਕਿੱਦਣ ਦਿੰਦੇ ਆ, ਫੈਸਲਾ ਕੀ ਆਉਂਦਾ, ਉਡੀਕ ਬਣੀ ਰਹੂਗੀ। ਪਰ ਇਹ ਸਾਰਾ ਕੁਝ ਦੇਖੋ ਇਕੱਠਾ ਹੋ ਰਿਹਾ। ਆਪਾਂ ਨਾਲ ਇਹਦੇ ਇਹ ਵੀ ਗੱਲ ਕਰ ਲਈਏ ਕਿ ਉਹ ਪੀਟੀਆਈ ਵਾਲਿਆਂ ਵੀ ਇੱਕ ਪਟੀਸ਼ਨ ਪਾਈ ਨੇ ਨਾ, ਜਿਹੜੀ ਉਹ ਨਵੇਂ ਆਈਟੀ ਕਾਨੂੰਨਾਂ ਦੇ ਨਾਲ ਰਿਲੇਟਡ ਸੀਗਾ, ਵੀ ਮਹਾਰਾਜ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਵੀ ਆਹ ਨਹੀਂ ਚੱਲਣਾਗਾ, ਆਹ ਨਹੀਂ ਹੋਏਗਾ, ਇਹਦੇ ਬਾਰੇ ਦੱਸੋ, ਉਹਦੇ ਬਾਰੇ ਦੱਸੋ। ਇਹ ਤਾਂ ਜਿਹੜੀ ਬੋਲਣ ਦੀ ਆਜ਼ਾਦੀ ਹੈ ਲੋਕਾਂ ਦੀ, ਉਹਦੇ ਤੇ ਹਮਲਾ ਜੀ। ਹੁਣ ਇੱਕ ਪਾਸੇ ਉਹੋ ਜਿਹੀਆਂ ਗੱਲਾਂ, ਇੱਕ ਪਾਸੇ ਆਹ ਵਾਲੀਆਂ ਗੱਲਾਂ ਵੀ ਜੇ ਕੋਈ ਬੰਦਾ ਕੋਈ ਗੱਲ ਵੀ ਕਰਦਾ ਤੇ ਉੱਤੇ ਚੱਕ ਕੇ ਆਪਾਂ ਹੋਰ ਧਾਰਾਵਾਂ ਦੇ ਨਾਲ ਕਹਿੰਦੇ ਵੀ ਇੱਕ ਆਹ ਵੀ ਲਿਖ ਦਿਓ ਨਾਲ, ਦੇਸ਼ ਧਰੋਹ ਵਾਲੀ ਵੀ ਪਾ ਦੇ ਵਿੱਚ। ਇੱਦਾਂ ਦੀਆਂ ਚਰਚਾਵਾਂ ਜੇ ਮੰਨ ਲਓ ਸੁਪਰੀਮ ਕੋਰਟ ਤੱਕ ਪਹੁੰਚਦੀਆਂ ਨੇ ਤੇ ਕਿੰਨੀ ਕੁ ਵਾਰ ਸਰਕਾਰ ਉਹਨਾਂ ਨੂੰ ਡਿਫੈਂਡ ਕਰੂਗੀ ਜਾ ਕੇ? ਇਸ ਸਵਾਲ ਤੇ ਖੜਾ ਹੋਊਗਾ, ਕਾਫੀ ਵਾਰ ਕੀਤਾ ਵੀ ਅੱਗੇ। ਨਹੀਂ, ਬਹੁਤ ਵੱਡਾ ਸਵਾਲ ਹੈ ਸੰਧਾਲੀਆ ਸਾਹਿਬ। ਉਹ ਆਈਟੀ ਦੀ ਧਾਰਾ 66 ਹੈ ਜਿਹੜਾ ਤੁਸੀਂ ਜ਼ਿਕਰ ਕੀਤਾ, ਉਹਦੇ ਵਿੱਚ ਕੀ ਸੀ ਕਿ 7 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਕਹਿਤਾ ਹੈ ਕਿ ਧਾਰਾ ਖਤਮ ਕਰ ਦਿਓ, ਉਹਦੀ ਲੋੜ ਨਹੀਂ। ਇਹਦੇ ਬਾਵਜੂਦ ਵੀ ਧਾਰਾ ਸੁਪਰੀਮ ਕੋਰਟ ਨੇ ਖਤਮ ਕਰਤੀ। 7 ਸਾਲਾਂ ਦੇ ਵਿੱਚ 1000 ਤੋਂ ਵੱਧ ਲੋਕਾਂ ਤੇ ਉਸ ਧਾਰਾ ਦੇ ਅਧੀਨ ਪਰਚੇ ਕਰ ਦਿੱਤੇ ਵੱਖ-ਵੱਖ ਥਾਵਾਂ ਤੇ ਪੁਲਿਸ ਨੇ, ਜਿਹੜੀ ਧਾਰਾ ਹੈ ਹੀ ਨਹੀਂ। ਤੇ ਉਹਦੇ ਵਿੱਚ ਕੀ ਸੀ ਕਿ ਜੇ ਕਿਸੇ ਨੇ ਕੋਈ ਗਲਤ ਪੋਸਟ ਪਾਈ ਹੈ ਚੱਕ ਲਓ, ਤੇ ਲੋਕਾਂ ਨੂੰ ਜਾ ਕੇ ਪਤਾ ਨਹੀਂ ਕਿੰਨੇ ਦਿਨ ਅੰਦਰ ਰੱਖਿਆ। ਉਹਦਾ ਇਸ ਕੇਸ ਦੇ ਵਿੱਚ ਵੀ ਜ਼ਿਕਰ ਕੀਤਾ। ਉਮੀਦ ਕਰਦੇ ਆ ਕਿ ਸੁਪਰੀਮ ਕੋਰਟ ਤੇ ਮੁੱਖ ਜੱਜ ਦੀ ਗੱਲ ਤਾਂ ਘੱਟੋ-ਘੱਟ ਮੰਨੀ ਜਾਊਗੀ। ਦੇਖੋ ਜੀ, ਮੰਨੀ ਜਾਵੇ ਤੇ ਚੰਗੀ ਗੱਲ ਹੈ ਜੀ। ਫਿਲਹਾਲ ਆਪਾਂ ਨੂੰ ਟਾਈਮ ਦੀ ਮੰਨਣੀ ਪੈਣੀ। ਨਹੀਂ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਤੁਸੀਂ ਸਮਾਂ ਦਿੱਤਾ। ਨਹੀਂ ਜੀ, ਅਸੀਂ ਕਿਉਂ ਦਿੱਤਾ, ਅਸੀਂ ਤੇ ਦੇਵਾਂਗੇ ਜੀ ਸਮਾਂ। ਲਓ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਅਸੀਂ ਆਸ ਕਰਦੇ ਹਾਂ ਵੀ ਸਾਡੀਆਂ ਇਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਕਾਫੀ ਕੁਝ ਤੁਹਾਨੂੰ ਖਬਰਾਂ ਬਾਰੇ ਪਤਾ ਲੱਗ ਜਾਂਦਾ ਹੋਊਗਾ। ਬਾਕੀ ਫੈਸਲਾ, ਡਿਸੀਜਨ ਮੇਕਿੰਗ ਤਾਂ ਉਹ ਤਾਂ ਜੀ ਇੱਕ ਵੋਟਰ ਜਿਹੜਾ ਉਹਦੇ ਹੱਥ 'ਚ ਕਹਿੰਦੇ ਤਾਕਤ ਆ, ਉਹਨੇ ਹੁਣ ਕਦੋਂ ਵਰਤਣੀ ਹੈ, ਕਿੱਦਾਂ ਵਰਤਣੀ, ਇਹਦਾ ਟਾਈਮ ਦੱਸੂਗਾ। ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।